गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारे जो आपां नूं सतगुरु गुरबाणी गुरु विच उपदेश दे रहे, जो आपां नूं साडे मन नूं कर्म करन नूं कह रहे आपां वो कर रहे हां। ये जो आप सिमरन अभ्यास कर रहे हैं, जो आप पिछले 2 दिनों तो धन धन श्री गुरु अर्जन देव जी महाराज उन्होंने की उचारण की हुई बाणी सुखमनी साहब से विचार कर रहे हैं। गुरु अर्जन देव जी महाराज सच्चे पातशाह जदों अकाल पुरख निरंकार दे नाल उन्हां दा मिलाप होया, किथे जाके मिलाप होया, फिर वो आपां नूं दसदे बई सहज घर सहज गुफा दे विच जिथे मालक बैठे उथे फिर मालक दे नाल उन्हां दी विचार हुई, उन्हां दे नाल गोष्ठ हुई। किथे अपने अंदर बैठे जिथे अपना मस्तक दे दावाले अपने मनी का प्रकाश, उस मनी का प्रकाश ते मालक अंदर बैठे थे उन्हां दे सन्मुख हो के फिर मालक की जो उस्तत की ते उस उस्तत बाणी का नां ही रिद अगे रखे सुखमनी। किथे अपने अंदर मणि का प्रकाश जिसनूं महाराज दसदे मस्तक पद्म दिवाले मणि माहे निरंजन त्रै पवन धन। बई जिथे मणि का प्रकाश मालक का प्रकाश उथे बैठ के जदों मालक के सन्मुख हो के जिहड़ी विचार की उहदा नाम है सुखमनी। सुखमनी साहब के उत्ते आप सतगुरां की कृपा द्वारा ये विचार कर रहे हैं। पहली अष्टपदी
ਚਾਰਾਂ ਪਦਿਆਂ ਤੱਕ ਆਪਾਂ ਵਿਚਾਰ ਕੱਲ੍ਹ ਕੀਤੀ ਸੀ। ਇਸ ਤੋਂ ਅੱਗੇ ਜੋ ਆਪਾਂ ਨੂੰ ਸਤਿਗੁਰੂ ਸਮਝਾ ਰਹੇ, ਇਹ ਸਾਰੀ ਮਹਿਮਾ ਸਿਮਰਨ ਦੀ ਕਰ ਰਹੇ। ਜੋ ਇਹ ਆਪਾਂ ਸਿਮਰਨ ਕਰਦੇ ਹਾਂ, ਮਾਲਕ ਦੀ ਵਡਿਆਈ ਕਰਦੇ ਹਾਂ। ਜਿਹੜਾ ਸਿਮਰਨ ਕਰਦਾ ਮਹਾਰਾਜ ਦੱਸਦੇ, ਪ੍ਰਭ ਕੋ ਸਿਮਰੇ ਸੇ ਧਨਵੰਤੇ। ਜਿਹੜੇ ਪਰਮਾਤਮਾ ਦਾ ਗੁਰਮੁਖ ਸਿਮਰਨ ਕਰਦੇ ਉਹ ਧਨਵੰਤ ਹੋ ਜਾਂਦੇ। ਜਿਵੇਂ ਇੱਕ ਤਾਂ ਸੰਸਾਰ ਦੇ ਵਿੱਚ ਜੀਵ ਕਹਿੰਦਾ ਵੀ ਇਹ ਬੜਾ ਧਨਾਟ ਹੈ ਜੀ, ਇਹ ਬੜਾ ਧਨਵੰਤ ਹੈ, ਇਹਦੇ ਕੋਲ ਪੈਸਾ ਧੇਲਾ ਬੜਾ, ਇਹਦੇ ਕੋਲ ਸੰਸਾਰ ਦੀ ਮਾਇਆ ਬੜੀ ਹੈ। ਸਤਿਗੁਰੂ ਕਹਿੰਦੇ ਧਨਵੰਤ ਕੌਣ ਨਹੀਂ? ਜਿਹੜੇ ਮਾਲਕ ਦਾ ਸਿਮਰਨ ਕਰਦੇ, ਜਿਹੜੇ ਅੰਦਰੋਂ ਨਾਮ ਦੇ ਨਾਲ ਜੁੜ ਗਏ, ਉਹ ਗੁਰਮੁਖ ਧਨਵੰਤ ਨੇ। ਉਹ ਉਹਨਾਂ ਦੇ ਪੱਲੇ ਨਾਮ ਧਨ ਹੈ। ਨਾਮ ਧਨ ਹੋਣ ਕਰਕੇ ਉਹਨਾਂ ਨੂੰ ਫਿਰ ਧਨਵੰਤ ਕਹਿੰਦੇ, ਉਹਨਾਂ ਨੂੰ ਪਾਤਸ਼ਾਹ ਕਹਿੰਦੇ। ਜਿਨ੍ਹਾਂ ਨੂੰ ਫਿਰ ਮਾਲਕ ਕੇ ਨਾਮ ਦੀ ਦਾਤ ਬਖਸ਼ਿਸ਼ ਕਰਦੇ, ਸਿਰ ਸਲਾਹ ਦਾ ਖਜ਼ਾਨਾ ਦਿੰਦੇ, ਭੰਡਾਰਾ, ਉਹਨਾਂ ਨੂੰ ਕਹਿੰਦੇ ਵੀ ਇਹ ਧਨਵੰਤ ਨੇ, ਇਹ ਪਾਤਸ਼ਾਹ ਨੇ। ਫਰਮਾਉਂਦੇ ਨੇ, ਜਿਸ ਨੂੰ ਬਖਸ਼ੇ ਸਿਰ ਸਲਾਹ, ਨਾਨਕ ਪਾਤਸ਼ਾਹੀ ਸੇ ਬਾਦਸ਼ਾਹ। ਬਈ ਉਹ ਪਾਤਸ਼ਾਹ, ਉਹ ਗੁਰਮੁਖ ਧਨਾਟ ਹੈ, ਉਹ ਧਨਵੰਤ ਨੇ, ਜਿਹੜੇ ਸਿਮਰਨ ਕਰਦੇ, ਜਿਹੜੇ ਅੰਦਰੋਂ ਨਾਮ ਦੇ ਨਾਲ ਜੁੜੇ। ਫਿਰ ਮਹਾਰਾਜ ਦੱਸਦੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਜਿਹੜੇ ਮਾਲਕ ਨੂੰ ਸਿਮਰਦੇ ਉਹ ਇੱਜ਼ਤ ਵਾਲੇ, ਉਹ ਪੱਤ ਵਾਲੇ ਹੋ ਜਾਂਦੇ। ਉਹਨਾਂ ਦੀ ਇੱਜ਼ਤ ਪੱਤ ਮਾਲਕ ਆਪ ਰੱਖਦਾ। ਜਿਹੜੇ ਜੀਵ ਸਿਮਰਨ ਨਹੀਂ ਕਰਦੇ, ਉਹਨਾਂ ਦੀ ਕੋਈ ਇੱਜ਼ਤ ਨਹੀਂ ਹੈ, ਉਹਨਾਂ ਦੀ ਕੋਈ ਪੱਤ ਨਹੀਂ ਹੈ। ਕਿਉਂਕਿ ਨਾਮ ਤੋਂ ਬਿਨਾਂ ਸਾਡੇ ਮਨ ਦੀ ਜਿਹੜੀ ਇੱਜ਼ਤ ਪੱਤ ਹੈ ਉਹ ਰਹਿੰਦੀ ਕੋਈ ਨਹੀਂ। ਸੰਸਾਰ ਦੇ ਵਿੱਚ ਬੇਸ਼ੱਕ ਅਸੀਂ ਜਿੰਨਾ ਮਰਜ਼ੀ ਝੂਠੀ ਤਸੱਲੀ ਦੇਈ ਚੱਲੀਏ ਆਪਦੇ ਆਪ ਨੂੰ ਕਿ ਸਾਡੀ ਸੰਸਾਰ 'ਚ ਬੜੀ ਇੱਜ਼ਤ ਹੈ, ਸਾਡਾ ਬੜਾ ਨਾਂ ਹੈ ਜੀ, ਪਰ ਮਾਲਕ ਦੀ ਦਰਗਾਹ ਦੇ ਵਿੱਚ, ਮਾਲਕ ਦੀ ਨਜ਼ਰ ਦੇ ਹੇਠ ਉਹਨਾਂ ਦੀ ਕੋਈ ਇੱਜ਼ਤ, ਉਹਨਾਂ ਦਾ ਕੋਈ ਮਾਣ ਨਹੀਂ ਹੈ। ਇੱਜ਼ਤ ਮਾਣ ਉਹਨਾਂ ਗੁਰਮੁਖਾਂ ਦਾ ਜਿਹੜੇ ਫਿਰ ਸਿਮਰਨ ਭਗਤੀ ਕਰਦੇ ਨੇ। ਇਸ ਲਈ ਮਹਾਰਾਜ ਕਹਿੰਦੇ ਉਹ ਇੱਜ਼ਤ ਵਾਲੇ ਨੇ, ਉਹ ਪੱਤ ਵਾਲੇ ਨੇ, ਉਹਨਾਂ ਦੀ ਇੱਜ਼ਤ ਹੈ, ਉਹਨਾਂ ਦੀ ਪੱਤ ਮਾਲਕ ਆਪ ਰੱਖਦਾ। ਤੇ ਜਿਨ੍ਹਾਂ ਨੇ ਫਿਰ ਸਿਮਰਨ ਨਹੀਂ ਕੀਤਾ, ਜਿਨ੍ਹਾਂ ਨੇ ਨਾਮ ਦਾ ਭੇਤ ਨਹੀਂ ਲਿਆ ਸੰਸਾਰ ਦੇ ਵਿੱਚ, ਉਹਨਾਂ ਕੋਲ ਕਿੰਨਾ ਵੀ ਧਨ ਦੌਲਤ ਹੋਵੇ, ਕਿੰਨਾ ਵੀ ਸੰਸਾਰ ਦੇ ਵਿੱਚ ਉਹਨਾਂ ਦੀ ਵਡਿਆਈ ਹੋਵੇ, ਕਿੱਡਾ ਵੱਡਾ ਉਹਨਾਂ ਕੋਲ ਰਾਜ ਭਾਗ ਹੋਵੇ, ਪਰ ਜਦੋਂ ਉਹਨਾਂ ਦਾ ਦਿੱਤਾ ਹੋਇਆ ਸਮਾਂ ਖਤਮ ਹੋਏਗਾ, ਸਵਾਸਾਂ ਦਾ ਧਨ, ਤੇ ਉਹਨਾਂ ਨੂੰ ਇੱਥੋਂ ਲੈ ਕੇ ਜਮ ਨੇ ਜਿਹੜੇ ਉਹ ਨੰਗੀਆਂ ਕਰਕੇ, ਕੁੱਟਦੇ ਮਾਰਦੇ ਹੋਏ, ਬੇਪੱਤ ਕਰਕੇ ਲੈ ਕੇ ਜਾਂਦੇ ਨੇ। ਜਿਸ ਨੂੰ ਮਹਾਰਾਜ ਕਹਿੰਦੇ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ। ਵੀ ਦੂਤਾਂ ਨੂੰ ਹੁਕਮ ਵੀ ਇਹਨੂੰ ਬੇਪੱਤ ਕਰਕੇ ਲੈ ਕੇ ਆਉਣਾ, ਇਹਨੂੰ ਨੰਗਾ ਕਰਕੇ ਲੈ ਕੇ ਆਉਣਾ। ਕਿਉਂਕਿ ਇਹਨੇ ਇੱਥੇ ਰਹਿ ਕੇ ਸਿਮਰਨ ਨਹੀਂ ਕੀਤਾ, ਇਹਨੇ ਭਗਤੀ ਨਹੀਂ ਕੀਤੀ, ਇਹਨੇ ਨਾਮ ਦਾ ਭੇਦ ਨਹੀਂ ਲਿਆ। ਇਸ ਲਈ ਮਹਾਰਾਜ ਕਹਿੰਦੇ ਬਈ ਸੰਸਾਰ ਦਾ ਬੇਸ਼ੱਕ ਕਿੰਨਾ ਵੀ ਉਹਦੇ ਤੇ ਰੰਗ ਚੜ੍ਹਿਆ ਹੋਵੇ ਮਾਇਆ ਦਾ, ਕਿੰਨਾ ਵੀ ਉਹ ਸੰਸਾਰ ਦੇ ਵਿੱਚ ਉਹਦੀ ਇੱਜ਼ਤ ਹੋਵੇ, ਕਿੰਨਾ ਵੀ ਉਹਦਾ ਨਾਂ ਚੱਲਦਾ ਹੋਵੇ, ਪਰ ਜਦੋਂ ਇੱਥੋਂ ਜਾਣਾ ਉਹਨੇ ਸਿਮਰਨ ਤੋਂ ਬਿਨਾਂ ਬੇਪੱਤ ਹੋ ਕੇ ਜਾਣਾ। ਮਹਾਰਾਜ ਦੱਸਦੇ, ਰਾਜ ਰੰਗ ਮਾਲ ਰੰਗ, ਰੰਗ ਰਤਨ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਬਿਨ ਨਾਮੇ ਪੱਤ ਗਿਆ ਗਵਾਏ। ਕਿ ਨਾਮ ਤੋਂ ਬਿਨਾਂ ਕਿਸੇ ਜੀਵ ਦੀ ਇੱਧਰ ਇੱਜ਼ਤ ਪੱਤ ਰਹਿੰਦੀ ਕੋਈ, ਫਿਰ ਇੱਥੋਂ ਬੇਪੱਤ ਕਰਕੇ ਲੈ ਕੇ ਜਾਂਦੇ। ਤੇ ਸਤਿਗੁਰੂ ਕਹਿੰਦੇ ਜਿਹੜੇ ਸਿਮਰਨ ਕਰਦੇ ਉਹ ਫਿਰ ਪੱਤ ਵਾਲੇ ਹੋ ਜਾਂਦੇ, ਉਹ ਇੱਜ਼ਤ ਵਾਲੇ ਹੋ ਜਾਂਦੇ।
फिर महाराज अगे फरमाउंदे, प्रभ को सिमरे से जन परवान। ਜਿਹੜੇ मालक का सिमरन करते वो परमात्मा की हजूरी विच प्रवान हो जाते, वो दरगाह दे विच प्रवान हो जाते। वो जिउंदे भी प्रवान ने ते वो मरण तो बाद भी प्रवान ने। ਜਿਹੜੇ अंदरों नाम दे नाल जुड़ गए, जिन्हां नूं नाम दा शब्द गुरु दा भेत आ गया, वो गुरमुख चाहे इस संसार दे विच चल रहे ने, जिउ रहे ने, चाहे उन्हां दी देह छड्डण तो बाद मौत हो गई, वो मालक दे घर दे विच प्रवान ने, जिउंदे भी ते मरण तो बाद भी। जिस नूं महाराज फरमाउंदे, गुरमुख जीवै मरे परवान, आरजा न शीजे शब्द पछाण। कि जिस दिन सानू शब्द गुरु दी नाम की पहचान आ गई, असी अंदरों नाम दे नाल जुड़ जाते हैं, अनहद शब्द दे, उस दिन असी परवान हो जाते हैं किते दरगाह दे विच मालक दी नदर दे विच, जिउंदे भी ते मरण तो बाद भी। फिर महाराज दसदे, प्रभ को सिमरे से पुरख प्रधान। ਜਿਹੜੇ मालक का सिमरन करते उन्हां नूं प्रधानगी मिल गई मालक दे घर दी। एक तां हुंदियां संसार दीयां प्रधानगियां, दुनियावी अहुदे, ਇਹਦਾ ਉਹਦਾ ਦੇ के जीव फिर वापस भी ले लेंदे, ਇਹਦਾ फिर कुछ समय वास्ते फिर चला जाता है। ਜਿਹੜੀ मालक दे घर दी प्रधानगी वो मालक दे के सातों वापस लेंदा नहीं है, वो खोंदा नहीं है। इस वास्ते फिर महाराज कहते ਜਿਹੜੇ सिमरन करते वो असल प्रधान ने, वो गुरमुख ने, वो मालक की दरगाह दे विच प्रवान ने। फिर महाराज फरमाउंदे, प्रभ को सिमरे से बेमुहताजी। ਜਿਹੜੇ मालक का सिमरन करते वो किसी के मुहताज नहीं रहते। संसार दे विच जदों जीव सिमरन नहीं करता, वो किसी न किसी अगे मुहताज हुंदा, किसी अगे हथ अड्डदा जां किसी की मुहताजी करदा, किसी की उहनूं काण हुंदी है, किसी न किसी उत्ते वो निर्भर करता है भी मैं इहदे करके संसार दे विच चल रहा, जे मैनूं ये कोई पुछे दसेगा नहीं तो फिर मैं संसार दे विच कामयाब नहीं हो सकता। ਜਿਹੜੇ मालक का सिमरन करते वो किसी के मुहताज नहीं रहिंदे, उन्हां दा संपर्क सीधा मालक दे नाल है। उन्हां नूं संसार दे विच किसी की काण नहीं, ना जमा की काण, ना किसी होर किसी जीव की काण, ना किसी की मुहताजी। वो किसी होर दे नौकर नहीं, वो जे नौकर चाकर ने वो निरंकार दे परमात्मा वाहिगुरू दे। इसलिए जिहड़ा मालक का सेवक, तेरे सेवक को कहो किसकी काण, भी जिहड़ा मालक का सेवक उन्हों ना किसी की काण, ना किसी का वो मुहताज। ये जदों असीं सिमरन करांगे सानूं फिर ये लाभ होएगा, साडे अंदर एक गुण आ जाएगा मालक का। फिर महाराज दसदे, प्रभ को सिमरे से सर्व के राजी। ਜਿਹੜੇ मालक का सिमरन करते वो असल राजे ने। एक तो हुंदा संसार का राज, एक हुंदा सतगुरु ਜਿਹੜੇ सानू राज बख्शिश करते, सानू पातशाहियां दिंदे। महाराज कहते भी ਜਿਹੜੇ फिर मालक का सिमरन करते वो राजे, वो शाह, वो बादशाह ने। जिवें राजा उन्होंने किसी की काण नहीं, किसी की मुहताजी नहीं, इसे तरह ही जदों असी सिमरन करांगे ना सानू किसी की मुहताजी रहेगी तो ना ही असी किसी के गुलाम रहांगे। साडा सीधा ही संपर्क मालक दे नाल, निरंकार परमात्मा दे नाल हो जाता है। फिर महाराज दसदे, प्रभ को सिमरे से सुख वासी। ਜਿਹੜੇ मालक नूं सिमरदे परमात्मा नूं वो सदा ही गुरमुख सुखी वसदे ने। उन्हां दा मन सदा ही आनंद दे विच,
ਸਦਾ ਸੁਖੀ, ਸਦਾ ਖੇੜੇ ਵਿੱਚ ਸਹਿਜ ਦੇ ਵਿੱਚ ਰਹਿੰਦੇ, ਆਪਣੇ ਘਰ ਰਹਿੰਦੇ, ਮਾਲਕ ਦੇ ਸਨਮੁਖ ਰਹਿੰਦੇ, ਤੇ ਮਾਲਕ ਦੇ ਸਨਮੁਖ ਹੋਣ ਕਰਕੇ ਫਿਰ ਉਹ ਸਦਾ ਸੁਖੀ ਵਸਦੇ। ਉਹਨਾਂ ਨੂੰ ਕੋਈ ਸੰਸਾਰ ਦਾ ਇਹ ਦੁੱਖ ਨਹੀਂ ਹੁੰਦਾ ਹੈ। ਇਹ ਮਹਾਰਾਜ ਦੱਸਦੇ, ਪ੍ਰਭ ਕੋ ਸਿਮਰੇ ਸਦਾ ਅਵਨਾਸੀ। ਜਦੋਂ ਅਸੀਂ ਮਾਲਕ ਦਾ ਸਿਮਰਨ ਕਰਦੇ ਹਾਂ, ਅਸੀਂ ਸਦਾ ਵਾਸਤੇ ਅਵਨਾਸੀ ਹੋ ਜਾਂਦੇ। ਅਵਨਾਸੀ ਹੁੰਦਾ ਵੀ ਜਿਹਦਾ ਨਾਸ ਨਹੀਂ ਹੁੰਦਾ। ਪਰਮਾਤਮਾ ਆਪ ਅਵਨਾਸੀ ਹੈ। ਤੇ ਇੱਧਰ ਸਾਨੂੰ ਇਹ ਰੋਗ ਲੱਗਿਆ ਜਨਮ ਮਰਨ ਦਾ, ਵਾਰ-ਵਾਰ ਅਸੀਂ ਨਾਸ ਹੁੰਦੇ ਹਾਂ, ਵਾਰ-ਵਾਰ ਅਸੀਂ ਜੰਮਦੇ ਹਾਂ, ਫਿਰ ਮਰਦੇ ਹਾਂ, ਫਿਰ ਜੰਮਦੇ, ਫਿਰ ਮਰਦੇ। ਜਦੋਂ ਅਸੀਂ ਮਾਲਕ ਨੂੰ ਸਿਮਰਾਂਗੇ ਤੇ ਅਸੀਂ ਸਦਾ ਵਾਸਤੇ ਅਵਨਾਸੀ ਹੋ ਜਾਵਾਂਗੇ, ਸਾਨੂੰ ਅਵਨਾਸੀ ਰਾਜ ਮਿਲ ਜਾਂਦਾ। ਇੱਕ ਤਾਂ ਹੁੰਦਾ ਜਿਵੇਂ ਰਾਜ ਮਿਲਦਾ ਤੇ ਫਿਰ ਚਲਿਆ ਜਾਂਦਾ। ਅਵਨਾਸੀ ਹੁੰਦਾ ਵੀ ਜਿਹੜਾ ਸਾਨੂੰ ਮਿਲ ਗਿਆ ਉਹ ਦੁਬਾਰਾ ਜਾਂਦਾ ਨਹੀਂ, ਉਹ ਸਦਾ ਵਾਸਤੇ, ਸਦਾ ਅਵਨਾਸੀ, ਸਦਾ ਰਹਿਣ ਵਾਲਾ। ਉਹ ਰਾਜ ਫਿਰ ਸਾਨੂੰ ਕਿੱਥੇ ਜਾ ਕੇ ਮਿਲਦਾ? ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਸਿਮਰਨ ਕਰਕੇ ਅਸੀਂ ਆਪਦੇ ਘਰ ਨਿਜ ਮਹਿਲ ਥਿਰ ਘਰ 'ਚ ਚਲੇ ਜਾਂਦੇ ਹਾਂ। ਉੱਥੇ ਜਾ ਕੇ ਫਿਰ ਮਾਲਕ ਨੂੰ ਜਦੋਂ ਅਸੀਂ ਮਿਲਦੇ ਹਾਂ, ਮਾਲਕ ਸਾਨੂੰ ਉਹ ਅਵਨਾਸੀ ਰਾਜ ਸੌਂਪ ਦਿੰਦੇ ਨੇ। ਭਗਤ ਜਨ ਦੱਸਦੇ ਬਈ ਅਸੀਂ ਕਿੱਥੇ ਜਾ ਕੇ ਉਹ ਰਾਜ ਲਿਆ। ਮਹਾਰਾਜ ਫਰਮਾਉਂਦੇ, ਦਾਸ ਕਮੀਰ ਚੜ੍ਹਿਓ ਗੜ ਉੱਪਰ, ਰਾਜ ਲਿਓ ਅਵਨਾਸੀ। ਕਿ ਜਦੋਂ ਅਸੀਂ ਗੜ ਕਹਿੰਦੇ 10ਵੇਂ ਦਵਾਰ ਨੂੰ, ਅਸੀਂ ਗੜ ਵਿੱਚ ਗਏ, ਉੱਥੇ ਜਾ ਕੇ ਅਸੀਂ ਉਹ ਅਵਨਾਸੀ ਰਾਜ ਸੀ ਜਿਹੜਾ ਉਹਦੀ ਪ੍ਰਾਪਤੀ ਕਰ ਲਈ, ਜਿਹੜਾ ਕਦੇ ਨਾਸ ਨਹੀਂ ਹੁੰਦਾ। ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਵੀ ਅਵਨਾਸੀ ਰਾਜ ਲੈਣਾ ਚਾਹੁੰਦੇ, ਜਿਵੇਂ ਜਦੋਂ ਸਾਨੂੰ ਗਿਆਨ ਨਹੀਂ ਹੁੰਦਾ ਸੰਸਾਰ ਦੇ ਵਿੱਚ, ਅਸੀਂ ਮੰਗਦੇ ਹਾਂ ਉਹ ਚੀਜ਼ਾਂ ਜਿਹੜੀਆਂ ਨਾਸ ਹੋਣ ਵਾਲੀਆਂ, ਜਿਹੜੀਆਂ ਕੂੜ, ਜਿਹੜੀਆਂ ਮਿਥੀਆਂ ਹੋਈਆਂ ਨੇ। ਜੀਵ ਗੁਰੂ ਘਰ ਵੀ ਆਉਂਦਾ, ਸਤਿਗੁਰਾਂ ਪਾਸ ਵੀ ਆਉਂਦਾ, ਇੱਥੇ ਆ ਕੇ ਵੀ ਉਹ ਚੀਜ਼ਾਂ ਮੰਗਦਾ ਜਿਹੜੀਆਂ ਨਾਸਵਾਨ ਨੇ। ਤੇ ਸਤਿਗੁਰੂ ਸਾਨੂੰ ਅਵਨਾਸੀ ਰਾਜ ਦੇਣਾ ਚਾਹੁੰਦੇ ਵੀ ਜਿਹੜਾ ਕਦੇ ਨਾਸ ਨਹੀਂ ਹੁੰਦਾ, ਜਿਹੜਾ ਕਦੇ ਖਤਮ ਨਹੀਂ ਹੁੰਦਾ। ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਵੀ ਅਵਨਾਸੀ ਰਾਜ ਲੈਣਾ ਚਾਹੁੰਦੇ ਹੋ, ਫਿਰ ਕੀ ਕਰੋ? ਸਦਾ ਹੀ ਮਾਲਕ ਦਾ ਸਿਮਰਨ ਕਰਦੇ ਰਹੋ। ਮਹਾਰਾਜ ਫਰਮਾਉਂਦੇ, ਖੋਜ ਖੋਜ ਤਿਹੁ ਤਤ ਵਿਚਾਰਿਓ, ਦਾਸ ਗੋਬਿੰਦ ਪਰਹਿਣ, ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰਨ ਰਹਿਣ। ਇਹ ਹੋਰ ਸੰਸਾਰ ਦੇ ਰਾਜ ਭਾਗ ਦੀ ਤਾਂ ਤੁਸੀਂ ਕੀ ਗੱਲ ਕਰਦੇ ਹੋ? ਸੰਸਾਰ ਦੇ ਅਹੁਦੇ ਦੀ, ਸੰਸਾਰ ਦੇ ਪਦਾਰਥਾਂ ਦੀ ਕੀ ਗੱਲ ਕਰਦੇ ਹੋ? ਸਾਨੂੰ ਸਦਾ ਵਾਸਤੇ ਸਤਿਗੁਰੂ ਅਵਨਾਸੀ ਰਾਜ ਦੇ ਦੇਣਗੇ ਜੇ ਅਸੀਂ ਸਿਮਰਨ ਕਰੀਏ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਿਹੜੇ ਮਾਲਕ ਦਾ ਸਿਮਰਨ ਕਰਦੇ, ਪਰਮਾਤਮਾ ਉਹਨਾਂ ਦੇ ਟੁੱਟ ਕੇ ਉਹਨਾਂ ਨੂੰ ਅਵਨਾਸੀ ਰਾਜ ਬਖਸ਼ਿਸ਼ ਕਰ ਦਿੰਦਾ, ਉਹਨਾਂ ਨੂੰ ਸਦਾ ਵਾਸਤੇ ਅਮਰ ਕਰ ਦਿੰਦਾ। ਫਿਰ ਮਹਾਰਾਜ ਦੱਸਦੇ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ। ਇਹ ਸਿਮਰਨ ਕਰਦਾ ਕੌਣ? ਕੌਣ ਸਿਮਰਨ ਤੇ ਲੱਗਦੇ? ਜਿਨ੍ਹਾਂ ਤੇ ਆਪ ਮਾਲਕ ਦਇਆ ਕਰਦੇ, ਜਿਨ੍ਹਾਂ ਤੇ ਆਪ ਦਿਆਲੂ ਹੁੰਦੇ, ਉਹਨਾਂ ਨੂੰ ਫਿਰ ਇਹ ਸਿਮਰਨ ਦੀ ਦਾਤ ਬਖਸ਼ਿਸ਼ ਕਰਦੇ, ਉਹਨਾਂ ਨੂੰ ਸਿਮਰਨ ਦੇ ਉੱਤੇ ਲਾਉਂਦੇ ਨੇ। ਇਹ ਜਿਹੜਾ ਹੁਣ ਆਪਾਂ ਸਿਮਰਨ ਕਰਦੇ ਹਾਂ, ਇਹਨੂੰ ਮਾਮੂਲੀ ਨਹੀਂ ਸਮਝਣਾ। ਇਹ ਨਹੀਂ ਸਮਝਣਾ ਵੀ ਉੱਦਾਂ ਹੀ ਅਸੀਂ ਕਰ ਰਹੇ ਹਾਂ ਜੀ। ਇਹ ਮਾਲਕ ਦੀ ਬੜੀ ਵੱਡੀ ਦਾਤ ਹੈ। ਜਦੋਂ ਕਿਰਪਾ ਕਰਦੇ ਫਿਰ ਸਿਮਰਨ ਹੁੰਦਾ, ਨਹੀਂ ਤਾਂ ਆਪਦੇ ਆਪ ਜੀਵ ਇਹ ਸਿਮਰਨ ਕਰ ਨਹੀਂ ਸਕਦਾ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਨ੍ਹਾਂ ਤੇ ਦਿਆਲੂ ਹੁੰਦੇ, ਜਿਨ੍ਹਾਂ 'ਚ ਕਿਰਪਾ ਕਰਦੇ, ਉਹਨਾਂ ਨੂੰ ਫਿਰ ਸਿਮਰਨ ਤੇ ਲਾਉਂਦੇ, ਉਹਨਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ। ਫਿਰ ਮਹਾਰਾਜ ਦੱਸਦੇ, ਸਿਮਰਨ ਤੇ ਲਾਗੇ ਜਨ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ। ਵੀ ਜਿਹੜੇ ਐਸੇ ਗੁਰਮੁਖ ਜਿਨ੍ਹਾਂ ਨੂੰ ਮਾਲਕ ਨੇ ਆਪ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ,
ਜਿਹੜੇ ਆਪ ਮਾਲਕ ਨੂੰ ਮਿਲ ਗਏ ਉਹਨਾਂ ਦੀ ਅਸੀਂ ਵੀ ਰਵਾਲ, ਅਸੀਂ ਵੀ ਚਰਨ ਧੂੜੀ ਮੰਗਦੇ ਹਾਂ। ਐਸੇ ਗੁਰਮੁਖ, ਐਸੇ ਸੰਤ ਸਾਧੂ ਗੁਰਸਿੱਖ, ਉਹਨਾਂ ਦੀ ਜੇ ਸਾਨੂੰ ਚਰਨ ਧੂੜੀ ਮਿਲ ਜੇ ਤੇ ਸਾਡਾ ਜਿਹੜਾ ਮਨ ਪਾਪੀ ਹੋ ਚੁੱਕਿਆ, ਪਾਪੀ ਦੀ ਵੀ ਗਤੀ ਹੋ ਜਾਂਦੀ ਹੈ, ਵੀ ਜੀਵਨ ਮੁਕਤ ਹੋ ਜਾਂਦਾ ਹੈ। ਮਾਰੇ ਫਰਮਾਉਂਦੇ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀਗਤ ਪਾਏ। ਧੂੜੀ ਕੀ ਹੁੰਦੀ? ਉਹਨਾਂ ਦੇ ਬਚਨ। ਇੱਕ ਤਾਂ ਧੂੜੀ ਹੁੰਦੀ ਬਈ ਜਿਹਨੂੰ ਸੰਸਾਰ ਜੀਵ ਕਹਿੰਦੇ ਵੀ ਸ਼ਾਇਦ ਬਾਹਰ ਮਿੱਟੀ ਜੋੜਿਆਂ ਦੀ ਜਾਂ ਹੋਰ ਆਪਾਂ ਦੇਖਦੇ ਹਾਂ ਵੀ ਇਹਨੂੰ ਚਰਨ ਧੂੜੀ ਸਮਝਦੇ। ਅਸਲ ਦੇ ਵਿੱਚ ਚਰਨ ਧੂੜੀ ਹੁੰਦੀ ਗੁਰਮੁਖਾਂ ਦੇ ਬਚਨ, ਸੰਤਾਂ ਦੇ, ਸਾਧੂਆਂ ਦੇ, ਗੁਰਸਿੱਖਾਂ ਦੇ ਬਚਨ। ਜੇ ਉਹਨਾਂ ਬਚਨਾਂ ਨੂੰ ਅਸੀਂ ਧਿਆਨ ਨਾਲ ਸੁਣੀਏ, ਉਹ ਬਚਨਾਂ ਦੀ ਧੂੜੀ ਸਾਡੇ ਮਨ ਦੇ ਉੱਤੇ ਪੈਂਦੀ, ਫਿਰ ਉਹ ਧੂੜੀ ਦੇ ਨਾਲ ਸਾਡਾ ਮਨ ਨਿਖਰਦਾ, ਸਾਡਾ ਮਨ ਧੋਤਾ ਜਾਂਦਾ, ਸਾਡੇ ਮਨ ਦੀ ਮੈਲ ਉਤਰ ਜਾਂਦੀ ਹੈ। ਇਸ ਲਈ ਫਿਰ ਮਹਾਰਾਜ ਕਹਿੰਦੇ ਵੀ ਜਿਨ੍ਹਾਂ 'ਤੇ ਮਾਲਕ ਨੇ ਦਿਆਲ ਹੋ ਕੇ ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਐਸੇ ਜਨਾਂ ਦੀ ਅਸੀਂ ਵੀ ਰਵਾਲਾ, ਅਸੀਂ ਵੀ ਚਰਨ ਧੂੜੀ ਮੰਗਦੇ ਹਾਂ। ਫਿਰ ਮਹਾਰਾਜ ਫਰਮਾਉਂਦੇ ਪ੍ਰਭ ਕੋ ਸਿਮਰੇ ਸੇ ਪਰਉਪਕਾਰੀ। ਜਿਹੜੇ ਮਾਲਕ ਦਾ ਸਿਮਰਨ ਕਰਦੇ ਉਹ ਗੁਰਮੁਖ ਪਰਉਪਕਾਰੀ ਹੋ ਜਾਂਦੇ, ਉਹਨਾਂ ਦੇ ਅੰਦਰ ਹੀ ਗੁਣ ਆ ਜਾਂਦਾ। ਜਿਵੇਂ ਸਾਡਾ ਮਾਤਾ ਪਿਤਾ ਨਿਰੰਕਾਰ ਵਾਹਿਗੁਰੂ, ਜਿਹੜੇ ਗੁਣ ਉਹਦੇ ਵਿੱਚ ਨੇ, ਜਦੋਂ ਅਸੀਂ ਉਹਦਾ ਸਿਮਰਨ ਕਰਾਂਗੇ ਉਹੀਓ ਗੁਣ ਉਹਨਾਂ ਗੁਰਮੁਖਾਂ ਦੇ ਵਿੱਚ, ਉਹਨਾਂ ਸੰਤਾਂ ਸਾਧੂਆਂ 'ਚ ਆ ਜਾਂਦੇ। ਪਰਮਾਤਮਾ ਆਪ ਪਰਉਪਕਾਰੀ, ਸਾਡੇ ਸਾਰੇ ਜੀਵਨ 'ਤੇ ਦਇਆ ਕਰਦੇ, ਪਰਉਪਕਾਰ ਕਰਦੇ। ਇਸੇ ਤਰ੍ਹਾਂ ਹੀ ਫਿਰ ਉਹ ਗੁਰਮੁਖ ਜਿਹੜੇ ਮਾਲਕ ਦਾ ਸਿਮਰਨ ਕਰਦੇ ਉਹ ਵੀ ਪਰਉਪਕਾਰੀ ਹੋ ਜਾਂਦੇ। ਉਹ ਫਿਰ ਪਰਉਪਕਾਰ ਕੀ ਕਰਦੇ? ਉਹ ਸਾਨੂੰ ਜੀਵਨ ਨੂੰ ਸਿਮਰਨ ਦੇ ਉੱਤੇ ਲਾਉਂਦੇ, ਸਾਨੂੰ ਜੀਵਨ ਨੂੰ ਸਿਮਰਨ ਕਰਾਉਂਦੇ, ਸਾਨੂੰ ਉਹ ਭੇਦ ਦਿੰਦੇ ਨਿਰੰਕਾਰ ਪਰਮਾਤਮਾ ਵਾਹਿਗੁਰੂ ਦਾ। ਨਹੀਂ, ਪਹਿਲਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਰੱਬ ਵੀ, ਪਰਮਾਤਮਾ ਵੀ ਹੈ, ਜਾਂ ਅਸੀਂ ਪਰਮਾਤਮਾ ਨੂੰ ਮਿਲਣਾ, ਜਾਂ ਪਰਮਾਤਮਾ ਕਿੱਥੇ ਵੱਸਦਾ, ਕਿੱਥੇ ਰਹਿੰਦਾ। ਸਾਨੂੰ ਇਹ ਗਿਆਨ, ਸਾਨੂੰ ਇਹ ਸੋਝੀ ਨਹੀਂ ਹੁੰਦੀ। ਇਹ ਸਾਡੇ 'ਤੇ ਫਿਰ ਪਰਉਪਕਾਰ ਉਹ ਗੁਰਮੁਖ ਸੰਤ ਸਾਧੂ ਜਨ ਕਰਦੇ ਜਿਹੜੇ ਮਾਲਕ ਦਾ ਸਿਮਰਨ ਕਰਦੇ। ਇਸ ਕਰਕੇ ਉਹ ਫਿਰ ਪਰਉਪਕਾਰੀ ਹੋ ਜਾਂਦੇ, ਆਪ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ, ਕਿਉਂਕਿ ਉਹਨਾਂ ਨੂੰ ਅਵਿਨਾਸੀ ਰਾਜ ਮਿਲ ਜਾਂਦਾ। ਫਿਰ ਜਿੰਨਾ ਸਮਾਂ ਉਹ ਇਸ ਸਰੀਰ ਵਿੱਚ ਰਹਿੰਦੇ ਉਹ ਸਾਡੇ ਜੀਵਨ 'ਤੇ ਪਰਉਪਕਾਰ ਕਰਦੇ, ਸਾਨੂੰ ਜੀਵਨ ਨੂੰ ਭਗਤੀ ਦੇ ਉੱਤੇ ਲਾਉਂਦੇ, ਸਾਨੂੰ ਮਾਲਕ ਤੋਂ ਵਿਛੜਿਆਂ ਹੋਇਆਂ ਨੂੰ ਫਿਰ ਮਾਲਕ ਦੇ ਨਾਲ ਮਿਲਾਉਂਦੇ, ਪਰਮਾਤਮਾ ਦੇ। ਇਹ ਸਾਡੇ ਉੱਤੇ ਫਿਰ ਉਹ ਪਰਉਪਕਾਰ ਕਰਦੇ। ਮਾਰੇ ਫਰਮਾਉਂਦੇ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਵਣ, ਹਰ ਸਿਉ ਲੈਣ ਮਿਲਾਏ। ਉਹ ਫਿਰ ਗੁਰਮੁਖ ਪਰਉਪਕਾਰੀ ਹੁੰਦੇ, ਜਿਹੜੇ ਮਾਲਕ ਦਾ ਸਿਮਰਨ ਕਰਦੇ ਉਹ ਪਰਉਪਕਾਰੀ ਹੋ ਜਾਂਦੇ। ਫਿਰ ਮਹਾਰਾਜ ਦੱਸਦੇ ਪ੍ਰਭ ਕੋ ਸਿਮਰੇ ਤੈਨ ਸਦ ਬਲਿਹਾਰੀ। ਸਤਿਗੁਰੂ ਕਹਿੰਦੇ ਵੀ ਐਸੇ ਗੁਰਮੁਖਾਂ 'ਤੇ ਅਸੀਂ ਸਦਾ ਹੀ ਬਲਿਹਾਰ ਜਾਂਦੇ, ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ, ਮਾਲਕ ਦੀ ਬੰਦਗੀ ਕਰਦੇ, ਉਹਨਾਂ ਦੇ ਅਸੀਂ ਸਦਾ ਹੀ ਬਾਰੇ ਜਾਂਦੇ, ਸਦਾ ਹੀ ਬਲਿਹਾਰੇ ਜਾਂਦੇ। ਹੁਣ ਦੇਖੋ ਕਿੰਨੀ ਮਹਾਰਾਜ ਵਡਿਆਈ ਕਰਦੇ ਵੀ ਜਿਹੜੇ ਸਿਮਰਨ ਕਰਦੇ ਉਹਨਾਂ 'ਤੇ ਅਸੀਂ ਬਲਿਹਾਰ ਜਾਂਦੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਸਿਮਰਨ ਨੂੰ ਮਾਮੂਲੀ ਨਹੀਂ ਸਮਝਣਾ, ਇਹ ਸਭ ਤੋਂ ਵੱਡੀ ਦਾਤ, ਇਹ ਸਭ ਤੋਂ ਸ੍ਰੇਸ਼ਟ, ਸਭ ਤੋਂ ਉੱਤਮ ਕਰਮ ਹੈ। ਮਾਲਕ ਦਾ ਸਿਮਰਨ ਕਰਨਾ, ਉਹਦੀ ਬੰਦਗੀ ਕਰਨੀ, ਇਹ ਤੋਂ ਉੱਤਮ ਕੰਮ ਸੰਸਾਰ ਦੇ ਵਿੱਚ ਹੋਰ ਕੋਈ ਹੈ ਹੀ ਨਹੀਂ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜੇ ਉੱਤਮ ਕੰਮ ਕਰਦੇ ਉਹ ਵੀ ਗੁਰਮੁਖ ਫਿਰ ਉੱਤਮ ਹੋ ਜਾਂਦੇ, ਉੱਤਮ ਪੁਰਸ਼ ਹੋ ਜਾਂਦੇ। ਅਤੇ ਉਹਨਾਂ ਤੋਂ ਸਤਿਗੁਰ ਕਹਿੰਦੇ ਅਸੀਂ ਸਦਾ ਹੀ ਬਾਰੇ, ਸਦਾ ਹੀ ਬਲਿਹਾਰੇ, ਸਦਾ ਹੀ ਸਦਕੇ ਜਾਂਦੇ ਹਾਂ।
महाराज अगे दसदे प्रभ को सिमरे से मुख सुहावे। ਜਿਹੜੇ ਮਾਲਕ ਦਾ ਸਿਮਰਨ ਕਰਦੇ ਉਹ ਮੁੱਖ ਸੋਹਣੇ ਹੋ ਜਾਂਦੇ, ਉਹ ਮੁੱਖ ਪਵਿੱਤਰ ਹੋ ਜਾਂਦੇ, ਉਹ ਰਸਨਾ ਪਵਿੱਤਰ ਹੋ ਜਾਂਦੀ। ਇੱਕ ਤਾਂ ਮਹਾਰਾਜ ਦੱਸਦੇ ਬਈ ਜਿਹੜੇ ਜੀਵ ਸਿਮਰਨ ਕਰਦੇ ਨਹੀਂ ਉਹ ਜਦੋਂ ਬੋਲਦੇ ਉਹ ਫਿੱਕਾ ਬੋਲਦੇ, ਮਾੜਾ ਬੋਲਦੇ, ਉਹਨਾਂ ਦੇ ਜਿਹੜੇ ਮੁੱਖ ਭ੍ਰਿਸ਼ਟੇ ਹੋਏ ਨੇ। ਤੇ ਜਿਹੜੇ ਮਾਲਕ ਦਾ ਸਿਮਰਨ ਕਰਦੇ ਉਹ ਸੋਹਣੇ ਹੋ ਜਾਂਦੇ, ਉਹ ਮਨ ਸੋਹਣੇ ਹੋ ਜਾਂਦੇ, ਉਹ ਗੁਰਮੁਖ ਸੋਹਣੇ ਹੋ ਜਾਂਦੇ। ਇਸ ਲਈ ਮਹਾਰਾਜ ਫਰਮਾਉਂਦੇ ਬਾਹੋ ਬਾਹੋ ਕਰੇ ਸਹੀ ਜਨ ਸੋਹਣੇ। ਬਈ ਜਿਹੜੇ ਮਾਲਕ ਦੀ ਵਾਹ ਵਾਹ ਕਰਦੇ, ਪਰਮਾਤਮਾ ਦਾ ਸਿਮਰਨ ਕਰਦੇ, ਸਤਿਗੁਰੂ ਕਹਿੰਦੇ ਉਹ ਸਾਨੂੰ ਬੜੇ ਸੋਹਣੇ ਲੱਗਦੇ, ਉਹ ਸੋਹਣੇ ਹੋ ਜਾਂਦੇ। ਜਦੋਂ ਆਪਾਂ ਸਤ ਸੰਗਤ ਰੂਪ ਦੇ ਵਿੱਚ ਆ ਕੇ ਇਕੱਠੇ ਹੋ ਕੇ ਬੈਠਦੇ ਹਾਂ, ਇਹ ਸਿਮਰਨ ਕਰਦੇ ਹਾਂ ਤੇ ਅਸੀਂ ਸੋਹਣੇ ਹੋ ਜਾਂਦੇ ਹਾਂ, ਅਸੀਂ ਸੋਹਣੇ ਲੱਗਦੇ ਹਾਂ। ਮਹਾਰਾਜ ਫਰਮਾਉਂਦੇ ਸਹੀ ਸੁੰਦਰ ਸੋਹਣੇ ਸਾਧ ਸੰਗਤ ਜੋ ਬਹਿਣੇ। ਮਹਾਰਾਜ ਕਹਿੰਦੇ ਕੌਣ ਸੁੰਦਰ ਨੇ, ਕੌਣ ਸੋਹਣੇ ਨੇ? ਕਹਿੰਦੇ ਉਹ ਗੁਰਮੁਖ ਸੋਹਣੇ ਨੇ ਜਿਹੜੇ ਸਿਮਰਨ ਕਰਦੇ, ਜਿਹੜੇ ਸਤਸੰਗ ਜਾ ਕੇ ਬੈਠਦੇ। ਉਹਨਾਂ ਦੇ ਮਨ ਨੇ ਜਿਹੜੇ ਉਹ ਮਨ ਸੋਹਣੇ ਹੋ ਜਾਂਦੇ, ਉਹਨਾਂ ਦੇ ਮਨ ਦੀ ਮੈਲ ਉਤਰ ਜਾਂਦੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਪ੍ਰਭ ਕੋ ਸਿਮਰੇ ਤੈਨ ਸੁਖ ਬਿਹਾਵੇ। ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਮਾਲਕ ਦਾ ਸਿਮਰਨ ਕਰਦੇ ਉਹ ਸਦਾ ਹੀ ਸੁੱਖ ਦੇ ਵਿੱਚ ਉਹਨਾਂ ਦਾ ਜਿਹੜਾ ਜੀਵਨ ਉਹ ਬਤੀਤ ਹੁੰਦਾ। ਕਦੇ ਉਹਨਾਂ ਦਾ ਮਨ ਹੈ ਜਿਹੜਾ ਉਹ ਦੁੱਖਾਂ ਵਿੱਚ ਜਾਂਦਾ ਨਹੀਂ, ਉਹ ਸ਼ਾਂਤ ਹੁੰਦਾ ਨਹੀਂ। ਇਹ ਸਿਮਰਨ ਕਰਨ ਦੀ ਵਡਿਆਈ ਹੈ। ਜਦੋਂ ਅਸੀਂ ਸਿਮਰਨ ਕਰਾਂਗੇ, ਨਾਮ ਦੇ ਨਾਲ ਜੁੜਾਂਗੇ, ਸਾਡਾ ਮਨ ਹੈ ਜਿਹੜਾ ਕਦੇ ਦੁਖੀ ਹੋਏਗਾ ਨਹੀਂ। ਇਹ ਨਹੀਂ ਹੈ ਵੀ ਸੰਸਾਰ ਦੇ ਵਿੱਚ ਦੁੱਖ ਨਹੀਂ ਆਉਂਦੇ, ਦੁੱਖ ਤਾਂ ਆਉਣੇ ਹੀ ਆਉਣੇ, ਪਰ ਸਾਡੇ ਮਨ ਦੇ ਵਿੱਚ ਇੰਨਾ ਬਲ ਆ ਜਾਂਦਾ, ਇੰਨੀ ਸ਼ਕਤੀ ਆ ਜਾਂਦੀ, ਸਾਨੂੰ ਉਹ ਦੁੱਖ ਲੱਗਦਾ ਨਹੀਂ, ਸਾਨੂੰ ਉਹ ਦੁੱਖ ਛੂਹ ਕੇ ਨਿਕਲ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਉਂ-ਜਿਉਂ ਅਸੀਂ ਅਭਿਆਸ ਕਰਾਂਗੇ ਸਾਡੇ ਵਿੱਚ ਮਨ ਦੇ ਗੁਣ ਆ ਜਾਣਗੇ, ਫਿਰ ਇਹਨੂੰ ਸੰਸਾਰ ਦਾ ਜਿਹੜਾ ਦੁੱਖ ਹੈ ਦੁੱਖ ਲੱਗਦਾ ਨਹੀਂ, ਕਿਉਂਕਿ ਦੁੱਖਾਂ ਤੋਂ ਉੱਪਰ ਉੱਠ ਜਾਂਦਾ। ਫਿਰ ਮਹਾਰਾਜ ਦੱਸਦੇ ਪ੍ਰਭ ਕੋ ਸਿਮਰੇ ਤੈਨ ਆਤਮ ਜੀਤਾ। ਜਿਹੜੇ ਮਾਲਕ ਨੂੰ ਸਿਮਰਦੇ ਉਹ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ। ਜਿਵੇਂ ਆਮ ਜੀਵ ਕਹਿੰਦੇ ਮਨ ਤਾਂ ਜਿੱਤਿਆ ਨਹੀਂ ਜਾਂਦਾ, ਜੇ ਮਨ ਨੂੰ ਜਿੱਤ ਲਈਏ, ਮਨ ਤਾਂ ਬੜਾ ਚੰਚਲ ਹੈ, ਤਾਂ ਜਿੱਤਿਆ ਨਹੀਂ ਜਾਂਦਾ, ਤਾਂ ਰੁਕਦਾ ਹੀ ਨਹੀਂ ਹੈ। ਜਿਹੜਾ ਮਨਮੁਖ ਹੈ ਉਹ ਤੋਂ ਨਹੀਂ ਜਿੱਤਿਆ ਜਾਂਦਾ, ਮਨ ਨੂੰ ਉਹ ਨਹੀਂ ਜਿੱਤ ਸਕਦਾ। ਮਨਮੁਖ ਮਨ ਅਜਿੱਤ ਹੈ। ਵੀ ਜਿਹੜਾ ਤਾਂ ਮਨਮੁਖ ਹੈ ਉਹਨੇ ਨਹੀਂ ਜਿੱਤਿਆ, ਉਹ ਤਾਂ ਹਾਰਿਆ। ਪਰ ਜਿਹੜੇ ਗੁਰਮੁਖ ਨੇ, ਜਿਹੜੇ ਸਿਮਰਨ ਕਰਦੇ ਮਾਲਕ ਦੀ ਕਿਰਪਾ ਦੁਆਰਾ, ਉਹ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ। ਤੇ ਜੇ ਅਸੀਂ ਮਨ ਨੂੰ ਜਿੱਤ ਲਿਆ, ਸਮਝ ਲਓ ਅਸੀਂ ਸਾਰਾ ਜੱਗ ਹੀ ਜਿੱਤ ਲਿਆ। ਜਿਹਨੇ ਆਪਦੇ ਮਨ ਤੇ ਜਿੱਤ ਨਹੀਂ ਪ੍ਰਾਪਤ ਕੀਤੀ, ਉਹ ਚਾਹੇ ਸੰਸਾਰ ਦੇ ਵਿੱਚ ਸਾਰੇ ਸੰਸਾਰ ਨੂੰ ਜਿੱਤ ਲਵੇ, ਪਰ ਉਹ ਹਾਰਿਆ ਹੀ ਹਾਰਿਆ। ਕਿਉਂਕਿ ਜਦੋਂ ਉਹਨੇ ਇੱਥੋਂ ਜਾਣਾ, ਉਹਨੇ ਬੇਇੱਜ਼ਤ ਹੋ ਕੇ ਜਾਣਾ, ਉਹਨੇ ਜਮਾਂ ਦੇ ਮਾਰਗ ਤੇ ਜਾਣਾ ਹੈ। ਇਸ ਲਈ ਮਹਾਰਾਜ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾਉਂਦੇ ਮਨ ਜੀਤੇ ਜਗ ਜੀਤ। ਬਈ ਜਿਨ੍ਹਾਂ ਨੇ ਆਪਦਾ ਮਨ ਜਿੱਤ ਲਿਆ, ਉਹਨਾਂ ਨੇ ਜਗ ਜਿੱਤ ਲਿਆ। ਤੇ ਸਤਿਗੁਰੂ ਕਹਿੰਦੇ ਵੀ ਜਿਹੜੇ ਮਾਲਕ ਦਾ ਸਿਮਰਨ ਕਰਦੇ ਉਹ ਫਿਰ ਇਹ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ, ਉਹ ਮਨ ਨੂੰ ਜਿੱਤ ਲੈਂਦੇ ਨੇ। ਫਿਰ ਮਹਾਰਾਜ ਦੱਸਦੇ ਪ੍ਰਭ ਕੋ ਸਿਮਰੇ ਤੈਨ ਨਿਰਮਲ ਰੀਤਾ। ਜਿਹੜੇ ਮਾਲਕ ਨੂੰ ਸਿਮਰਦੇ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ, ਉਹਨਾਂ ਦੀ ਕਰਨੀ ਨਿਰਮਲ ਹੋ ਜਾਂਦੀ, ਉਹਨਾਂ ਦਾ ਜੀਵਨ ਨਿਰਮਲ ਹੋ ਜਾਂਦਾ। ਜਿਹਦਾ ਮਨ ਨਿਰਮਲ, ਉਹਨਾਂ ਦਾ ਜੀਵਨ ਨਿਰਮਲ, ਉਹ ਫਿਰ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਦੇ, ਉਹ ਕਿਸੇ ਦੀ ਨਿੰਦਿਆ, ਕਿਸੇ ਨਾਲ ਈਰਖਾ ਨਫ਼ਰਤ ਨਹੀਂ ਕਰਦੇ। ਉਹਨਾਂ ਦੇ ਜੀਵਨ ਦੇ ਵਿੱਚ ਪ੍ਰੇਮ ਹੀ ਪ੍ਰੇਮ ਹੁੰਦਾ ਹੈ। ਮਾਲਕ ਦੇ ਪ੍ਰੇਮ ਦੇ ਵਿੱਚ ਸਦਾ ਸੁਖੀ, ਸਦਾ ਆਨੰਦ ਅਵਸਥਾ 'ਚ ਰਹਿੰਦੇ।
ਇਸ ਵਾਸਤੇ ਫਿਰ ਮਹਾਰਾਜ ਜੀ ਕਹਿੰਦੇ ਵੀ ਉਹਨਾਂ ਦਾ ਜੀਵਨ ਜਿਹੜਾ ਉਹ ਪਵਿੱਤਰ ਹੋ ਜਾਂਦਾ, ਉਹ ਉੱਚਾ ਹੋ ਜਾਂਦਾ, ਉਹ ਸਦਾ ਹੀ ਆਨੰਦ ਦੇ ਵਿੱਚ ਸਦਾ ਹੀ ਸੁਖੀ ਵਸਦੇ। ਹੁਣ ਜਿਹੜੇ ਫਿਰ ਇਹ ਮਾਲਕ ਦਾ ਸਿਮਰਨ ਕਰਦੇ, ਫਿਰ ਮਹਾਰਾਜ ਦੱਸਦੇ ਪ੍ਰਭ ਕੋ ਸਿਮਰੇ ਤਨ ਆਨੰਦ ਕਨੇਰੇ। ਜਿਹੜੇ ਮਾਲਕ ਦਾ ਸਿਮਰਨ ਕਰਦੇ ਉਹਨਾਂ ਨੂੰ ਕਿੰਨੇ ਕੁ ਆਨੰਦ, ਕਿੰਨੇ ਕੁ ਸੁੱਖ ਨੇ। ਮਹਾਰਾਜ ਕਹਿੰਦੇ ਕਨੇਰੇ, ਵੀ ਜਿਹੜੇ ਗਿਣੇ ਨਹੀਂ ਜਾ ਸਕਦੇ, ਗਿਣਤੀ ਮਿਣਤੀ ਤੋਂ ਬਾਹਰ। ਬਈ ਗੁਰਮੁਖਾਂ ਨੂੰ ਜੇ ਪੁੱਛੀਏ ਵੀ ਤੁਸੀਂ ਕਿੰਨਾ ਕੁ ਆਨੰਦ ਲੈਂਦੇ ਹੋ, ਕਿੰਨੇ ਕੁ ਸੁਖੀ ਹੋ, ਤੁਹਾਡੇ ਘਰ ਦੇ ਵਿੱਚ ਕਿੰਨਾ ਕੁ ਆਨੰਦ ਹੈ। ਹੁਣ ਇਹ ਆਨੰਦ ਹੈ ਜਿਹੜਾ ਕਹਿਣੀ ਕਥਨੀ ਤੋਂ ਬਾਹਰ ਹੈ। ਜਿਵੇਂ ਗੁੰਗੇ ਜੀਵ ਨੇ ਮਠਿਆਈ ਖਾਧੀ, ਗੁੰਗੇ ਨੇ ਗੁੜ ਖਾਧਾ, ਉਹ ਗੁੰਗੇ ਤੋਂ ਪੁੱਛੋ ਵੀ ਕਿੰਨਾ ਕੁ ਮਿੱਠਾ, ਕਿੰਨਾ ਕੁ ਸਵਾਦ ਹੈ, ਉਹ ਦੱਸ ਨਹੀਂ ਸਕਦਾ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ। ਵੀ ਗੂੰਗੇ ਜੀਵ ਨੇ ਗੁੜ ਖਾ ਲਿਆ ਤੇ ਉਹਨੂੰ ਪੁੱਛੀਏ ਕਿੰਨਾ ਕੁ ਮਿੱਠਾ, ਕਿੰਨਾ ਕੁ ਸਵਾਦ, ਉਹ ਦੱਸ ਨਹੀਂ ਸਕਦਾ। ਇਸੇ ਤਰ੍ਹਾਂ ਹੀ ਜਿਹੜੇ ਫਿਰ ਗੁਰਮੁਖ ਸਿਮਰਨ ਕਰਦੇ ਉਹਨਾਂ ਨੂੰ ਕਿੰਨਾ ਕੁ ਆਨੰਦ, ਕਿੰਨਾ ਕੁ ਸੁੱਖ ਉਹ ਮੰਨਦੇ ਆਪਦੇ ਘਰ ਵਿੱਚ, ਉਹ ਕਹਿਣੀ ਕਥਨੀ ਤੋਂ ਬਾਹਰ। ਇਸ ਕਰਕੇ ਫਿਰ ਉਹ ਕਹਿੰਦੇ ਵੀ ਇਹ ਕਿਹਾ ਨਹੀਂ ਜਾ ਸਕਦਾ, ਇਹ ਆਨੰਦ ਸਿਰਫ ਮੰਨਿਆ ਜਾ ਸਕਦਾ। ਤੁਸੀਂ ਵੀ ਸਿਮਰਨ ਕਰੋ ਤੇ ਤੁਸੀਂ ਵੀ ਘਰ ਜਾਓ, ਤੁਸੀਂ ਵੀ ਘਰ ਜਾ ਕੇ ਉਹ ਸੁੱਖ, ਉਹ ਆਨੰਦ ਲਵੋ, ਤੇ ਫਿਰ ਤੁਹਾਨੂੰ ਪਤਾ ਲੱਗੇਗਾ। ਕਿਉਂਕਿ ਇਹ ਅਨੁਭਵੀ ਆਨੰਦ ਹੈ, ਇਹ ਇਕੱਲਾ ਕਹਿਣ ਦੇ ਨਾਲ ਜਾਂ ਸੁਣਨ ਦੇ ਨਾਲ ਨਹੀਂ ਪ੍ਰਾਪਤੀ ਹੁੰਦੀ। ਇਹ ਸਾਨੂੰ ਜਦੋਂ ਅਸੀਂ ਆਪ ਜਾਂਦੇ ਹਾਂ, ਜਿਨ੍ਹਾਂ ਨੇ ਅਨੁਭਵ ਕੀਤਾ, ਫਿਰ ਉਹਨਾਂ ਨੇ ਆਪਾਂ ਨੂੰ ਦੱਸਿਆ। ਇਸ ਲਈ ਮਹਾਰਾਜ ਕਹਿੰਦੇ ਜਿਹੜੇ ਫਿਰ ਮਾਲਕ ਦਾ ਸਿਮਰਨ ਕਰਦੇ ਉਹਨਾਂ ਨੂੰ ਆਨੰਦ ਘਨੇਰੇ ਆਨੰਦ। ਫਿਰ ਮਹਾਰਾਜ ਦੱਸਦੇ ਪ੍ਰਭ ਕੋ ਸਿਮਰੇ ਵਸੇ ਹਰ ਨੇਰੇ। ਜਿਹੜੇ ਮਾਲਕ ਦਾ ਸਿਮਰਨ ਕਰਦੇ ਉਹ ਪਰਮਾਤਮਾ ਦੇ ਸਦਾ ਹੀ ਨੇੜੇ ਵਸਦੇ, ਸਦਾ ਹੀ ਨਿਕਟ ਰਹਿੰਦੇ। ਕਿਉਂਕਿ ਮਾਲਕ ਹੈ ਤਾਂ ਸਾਡੇ ਨੇੜੇ ਹੀ ਹੈ। ਪਹਿਲਾਂ ਅਸੀਂ ਉਹਨੂੰ ਦੂਰ ਸਮਝਦੇ ਹਾਂ ਵੀ ਪਤਾ ਨਹੀਂ ਰੱਬ ਕਿੱਥੇ ਕੁ ਬੈਠਾ, ਕਿੱਡੀ ਕੁ ਦੂਰ ਹੈ, ਸਾਡੀ ਸੁਣਦਾ ਵੀ ਹੈ ਕਿ ਜਾਂ ਨਹੀਂ ਸੁਣਦਾ, ਜਾਂ ਸਾਨੂੰ ਦੇਖਦਾ ਵੀ ਹੈ ਕਿ ਜਾਂ ਨਹੀਂ ਦੇਖਦਾ। ਮਾਲਕ ਸਾਡੀ ਸਦਾ ਹੀ ਸੁਣਦਾ ਹੈ ਅਤੇ ਸਦਾ ਹੀ ਸਾਨੂੰ ਦੇਖਦਾ, ਅਤੇ ਉਹ ਸਭ ਤੋਂ ਨੇੜੇ ਸਾਡੇ ਵੱਸਦਾ ਹੈ। ਇਹ ਜਿਹੜੇ ਸਾਡਾ ਹੱਥ ਹੈ, ਹੱਥ ਵੀ ਦੂਰ ਨੇ, ਉਹ ਸਾਡੇ ਹੱਥਾਂ ਤੋਂ ਵੀ ਨੇੜੇ ਵੱਸਦਾ ਹੈ। ਮਹਾਰਾਜ ਫਰਮਾਉਂਦੇ ਕਹੋ ਰਵਿਦਾਸ ਹੱਥ ਪੈ ਨੇੜੇ, ਵੀ ਸਾਡੇ ਹੱਥਾਂ ਤੋਂ ਵੀ ਨੇੜੇ। ਹੁਣ ਜਦੋਂ ਅਸੀਂ ਸਿਮਰਨ ਕਰਦੇ ਹਾਂ ਫਿਰ ਅਸੀਂ ਸਪਸ਼ਟ ਉਹਨੂੰ ਦੇਖ ਲੈਂਦੇ ਹਾਂ। ਜਦੋਂ ਸਾਡਾ ਮਨ ਜਾਗ ਪੈਂਦਾ ਅਸੀਂ ਉਹਨੂੰ ਪ੍ਰਤੱਖ ਦੇਖਦੇ ਹਾਂ ਵੀ ਉਹ ਸਾਡਾ ਕਿੰਨਾ ਨੇੜੇ। ਜਦੋਂ ਆਪਾਂ ਨੇਤਰ ਖੋਲ੍ਹਦੇ ਸਭ ਤੋਂ ਪਹਿਲਾਂ ਸਾਨੂੰ ਮਾਲਕ ਹੀ ਨਜ਼ਰ ਆਉਂਦਾ, ਫਿਰ ਆਪਣੇ ਅੰਦਰ ਵੀ ਉਹਦੀ ਜੋਤ ਪ੍ਰਕਾਸ਼ ਹੈ ਅਤੇ ਬਾਹਰ ਵੀ ਚਾਰ ਚੁਫੇਰੇ ਉਹਦਾ ਹੀ ਪ੍ਰਕਾਸ਼ ਪਰਮਾਤਮਾ ਦਾ। ਜਦੋਂ ਫਿਰ ਅਸੀਂ ਸਿਮਰਨ ਕਰਾਂਗੇ ਫਿਰ ਅਸੀਂ ਉਹਨੂੰ ਨੇੜੇ ਦੇਖ ਲਾਂਗੇ, ਫਿਰ ਅਸੀਂ ਉਹਨੂੰ ਨੇੜੇ ਦੇਖ ਕੇ ਉਹਦੇ ਦਰਸ਼ਨ ਕਰਦੇ ਮਾਲਕ ਦੇ। ਫਿਰ ਮਹਾਰਾਜ ਦੱਸਦੇ ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਵੀ ਇਹ ਅਵਸਥਾ ਸਾਡੀ ਕਿਵੇਂ ਬਣਦੀ, ਆਮਦਨ ਜਾਗਣ ਵਾਲੀ, ਕਿਵੇਂ ਅਸੀਂ ਮਾਲਕ ਨੂੰ ਦੇਖਦੇ ਅੰਦਰ ਬਾਹਰ, ਇਹਨਾਂ ਦੀ ਕਿਰਪਾ ਦੁਆਰਾ, ਸੰਤਾਂ ਦੀ ਕਿਰਪਾ ਦੁਆਰਾ। ਜਿਹੜੇ ਸੰਤ ਆਪ ਜਾਗੇ, ਆਪ ਮਾਲਕ ਨੂੰ ਮਿਲੇ, ਜਿਹੜਾ ਆਪ ਮਿਲਿਆ ਉਹ ਸਾਨੂੰ ਮਿਲਾ ਸਕਦਾ। ਜਿਵੇਂ ਜਿਹੜਾ ਦੀਵਾ ਆਪ ਜਾਗਦਾ ਹੈ ਉਹ ਜਿੰਨੇ ਮਰਜ਼ੀ ਅੱਗੇ ਦੀਵੇ ਜਗਾ ਦੇਵੇ, ਜਿਹੜਾ ਆਪ ਹੀ ਬੁਝਿਆ ਹੋਇਆ ਉਹ ਦੂਸਰੇ ਨੂੰ ਕਿਵੇਂ ਜਗਾਏਗਾ। ਉਹ ਬੁਝੇ ਹੋਏ ਤੋਂ ਅਸੀਂ ਕਿਵੇਂ ਜਗ ਪਾਂ। ਇਸ ਤਰ੍ਹਾਂ ਫਿਰ ਸੰਤ ਗੁਰਮੁਖ ਉਹ ਇੱਕ ਦੀਵਕ ਦੀ ਤਰ੍ਹਾਂ ਜਲਦੇ, ਅਤੇ ਉਹਨਾਂ ਤੋਂ ਫਿਰ ਅੱਗੇ ਅਸੀਂ ਜਿਹੜੇ ਸਾਡੇ ਮਨ ਨੇ ਉਹ ਵੀ ਫਿਰ ਜਾਗਦੇ ਜਾਂਦੇ, ਉਹ ਵੀ ਜਾਗਦੇ ਜਾਂਦੇ ਨੇ। ਇਸ ਲਈ ਮਹਾਰਾਜ ਕਹਿੰਦੇ ਸੰਤ ਕਿਰਪਾ ਤੇ ਅੰਦਨ ਜਾਗ। ਅੰਦਨ ਜਾਗਣ ਦਾ ਭਾਵ ਹੁੰਦਾ ਦਿਨ ਰਾਤ। ਬਈ ਜਿਹੜੇ ਗੁਰਮੁਖ ਉਹ ਦਿਨ ਰਾਤ ਜਾਗਦੇ। ਦਿਨ ਰਾਤ ਦਾ ਮਤਲਬ ਇਹ ਨਹੀਂ ਵੀ ਉਹ ਸੌਂਦੇ ਨਹੀਂ, ਇਹ ਸਰੀਰ ਕਰਕੇ ਨਹੀਂ, ਵੀ ਉਹਨਾਂ ਦਾ ਮਨ ਜਾਗਦਾ। ਜਦੋਂ ਇੱਧਰ ਆਉਂਦੇ ਇੱਧਰ ਵੀ ਜਾਗਦੇ ਰਹਿੰਦੇ, ਇੱਧਰ ਵੀ ਵੈਰ ਵਿਰੋਧ 'ਚ ਨਹੀਂ ਜਾਂਦੇ।
ਸੌਂਦੇ ਅਸੀਂ ਕਦੋਂ ਆ? ਜਦੋਂ ਅਸੀਂ ਨਿੰਦਿਆ ਚੁਗਲੀ ਕਰਦੇ, ਬੈਰ ਵਿਰੋਧ ਕਰਦੇ, ਈਰਖਾ ਨਫ਼ਰਤ ਕਰਦੇ, ਉਦੋਂ ਕਹਿੰਦੇ ਸੁੱਤੇ ਪਏ। ਜਦੋਂ ਅਸੀਂ ਜਾਗਾਂਗੇ, ਇਹ ਜਾਗਣ ਦੀ ਨਿਸ਼ਾਨੀ ਫਿਰ ਸਾਨੂੰ ਪਰਮਾਤਮਾ ਸਾਹਮਣੇ ਨਜ਼ਰ ਆਉਂਦਾ ਜਾਗਦੇ ਹਾਂ। ਜਦੋਂ ਅਸੀਂ ਜਾਗਦੇ ਸਾਨੂੰ ਮਾਲਕ ਦੀ ਆਵਾਜ਼ ਨਾਮ ਸੁਣਾਈ ਦਿੰਦਾ। ਜਦੋਂ ਅਸੀਂ ਜਾਗਦੇ ਸਾਨੂੰ ਆਪਦਾ ਘਰ ਨਿੱਜ ਮਹਿਲ ਸਾਹਮਣੇ ਨਜ਼ਰ ਆਉਂਦਾ। ਇਹ ਜਾਗੇ ਮਨ ਦੀ ਨਿਸ਼ਾਨੀ। ਫਿਰ ਜਿਹੜੇ ਗੁਰਮੁਖ ਉਹ ਇੱਧਰ ਵੀ ਜਾਗਦੇ ਦਿਨ ਦੇ ਸਮੇਂ, ਜਦੋਂ ਰਾਤ ਨੂੰ ਦੇਹ ਛੱਡ ਕੇ ਜਾਂਦੇ ਆਪਦੇ ਘਰ ਆਪਦੇ ਦੇਸ਼, ਉਹ ਉੱਥੇ ਵੀ ਜਾਗਦੇ। ਇਸ ਨੂੰ ਫਿਰ ਕਹਿੰਦੇ ਅੰਨ ਦਿਨ ਜਾਗਣ, ਦਿਨ ਰਾਤ ਜਾਗਣਾ। ਵੀ ਗੁਰਮੁਖ ਨੇ ਜਿਹੜੇ ਉਹ ਸਦਾ ਜਾਗਦੇ। ਬਈ ਸਦਾ ਕਿਵੇਂ? ਉਹਨਾਂ ਦਾ ਮਨ ਸਦਾ ਜਾਗਦਾ। ਉਹਨਾਂ ਦਾ ਮਨ ਵਿਚਾਰਾਂ ਦੇ ਵਿੱਚ, ਭਰਮ ਦੇ ਵਿੱਚ ਸੌਂਦਾ ਨਹੀਂ। ਇਸ ਨੂੰ ਫਿਰ ਕਹਿੰਦੇ ਅੰਨ ਦਿਨ ਜਾਗਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਸੰਤਾਂ ਦੀ ਕਿਰਪਾ ਦੁਆਰਾ ਫਿਰ ਅਸੀਂ ਅੰਨ ਦਿਨ ਜਾਗਦੇ ਹਾਂ। ਤੇ ਐਸਾ ਫਿਰ ਜਿਹੜਾ ਸਿਮਰਨ ਨਾਮ ਦੀ ਦਾਤ ਸਾਨੂੰ ਸੰਤਾਂ ਦਾ, ਸਾਧੂ ਜਨਾਂ ਦਾ ਸੰਗ ਪੂਰੇ ਭਾਗਾਂ ਨਾਲ ਪ੍ਰਾਪਤ ਹੁੰਦਾ। ਜੇ ਸਾਡੇ ਬਹੁਤ ਵੱਡੇ ਭਾਗ ਹੋਣ ਫਿਰ ਸਾਨੂੰ ਇਹ ਸਤ ਸੰਗਤ ਮਿਲਦੀ ਹੈ। ਇਸ ਲਈ ਮਹਾਰਾਜ ਕਹਿੰਦੇ ਬੜ ਭਾਗੀ ਸਤ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਬਿਨਾਂ ਭਾਗਾਂ ਤੋਂ ਸਾਨੂੰ ਇਹ ਸਤ ਸੰਗਤ ਮਿਲਦੀ ਨਹੀਂ। ਤੇ ਸਤ ਸੰਗਤ ਤੋਂ ਬਿਨਾਂ ਸਾਡਾ ਮਨ ਧੋਤਾ ਨਹੀਂ ਜਾਂਦਾ। ਜਿਵੇਂ ਹੁਣ ਕਈ ਜੀਵ ਕਹਿੰਦੇ ਮਨ ਸਾਫ਼ ਹੋਣਾ ਚਾਹੀਦਾ। ਮਨ ਸਾਫ਼ ਹੈ, ਵਾਹਿਗੁਰੂ ਵਾਹਿਗੁਰੂ ਕਰਨ ਦੀ ਕੀ ਲੋੜ ਹੈ? ਗੁਰੂ ਘਰ ਜਾਣ ਦੀ ਕੀ ਲੋੜ ਹੈ? ਹੁਣ ਮਹਾਰਾਜ ਕਹਿੰਦੇ ਸਤ ਸੰਗਤ ਤੋਂ ਬਿਨਾਂ ਮਨ ਤਾਂ ਸਾਫ਼ ਹੁੰਦਾ ਨਹੀਂ, ਮਨ ਤਾਂ ਮੈਲ ਦੇ ਨਾਲ ਭਰਿਆ ਰਹਿੰਦਾ। ਹੁਣ ਇਸ ਵਾਸਤੇ ਜਿਹੜੇ ਫਿਰ ਜੀਵ ਇੱਦਾਂ ਕਹਿੰਦੇ ਮਨ ਸਾਫ਼ ਹੋਣਾ ਚਾਹੀਦਾ, ਉਹਨਾਂ ਨੂੰ ਮਨ ਦਾ ਗਿਆਨ ਹੀ ਨਹੀਂ, ਮਨ ਦਾ ਪਤਾ ਹੀ ਕੋਈ ਨਹੀਂ ਵੀ ਮਨ ਹੈ ਕੀ ਹੈ। ਮਨ ਨੂੰ ਕਹਿੰਦੇ ਕਿਸ ਨੂੰ? ਉੱਦਾਂ ਸੁਣ ਸੁਣਾ ਕੇ ਕਹੀ ਜਾਂਦੇ ਮਨ ਸਾਫ਼ ਹੈ ਜੀ, ਮਨ ਸਾਫ਼ ਹੋਣਾ ਚਾਹੀਦਾ। ਜਿਹੜੇ ਮਨ ਦੀ ਗੱਲ ਹੋ ਰਹੀ ਉਹ ਮਨ ਦਾ ਤਾਂ ਸਰੂਪ ਹੀ ਨਹੀਂ ਪਤਾ ਵੀ ਮਨ ਹੈ ਕੀ ਹੈ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਬਿਨਾਂ ਭਾਗਾਂ ਤੋਂ ਸਾਨੂੰ ਇਹ ਸਤ ਸੰਗਤ ਨਹੀਂ ਮਿਲਦੀ। ਤੇ ਸਤ ਸੰਗਤ ਤੋਂ ਬਿਨਾਂ ਸਾਡਾ ਜਿਹੜਾ ਮਨ ਹੈ ਇਹ ਮੈਲ ਤੋਂ ਜਿਹੜਾ ਹੈ ਧੋਤਾ ਨਹੀਂ ਜਾਂਦਾ। ਸਤ ਸੰਗਤ ਤੋਂ ਬਿਨਾਂ ਇਹ ਸਦਾ ਹੀ ਮੈਲਾ ਰਹਿੰਦਾ, ਮੈਲ ਦੇ ਨਾਲੇ ਭਰਿਆ ਰਹਿੰਦਾ ਹੈ। ਫਿਰ ਮਹਾਰਾਜ ਦੱਸਦੇ ਪ੍ਰਭ ਕੋ ਸਿਮਰਨ ਕਾਰਜ ਪੂਰੇ। ਵੀ ਮਾਲਕ ਦੇ ਸਿਮਰਨ ਦੇ ਨਾਲ ਸਾਡੇ ਜਿਹੜੇ ਕਾਰਜ ਉਹ ਪੂਰੇ ਹੋ ਜਾਂਦੇ। ਕਿਸੇ ਕਾਰਜ 'ਚ ਕੋਈ ਵਿਘਨ, ਕੋਈ ਰੁਕਾਵਟ ਨਹੀਂ ਪੈਂਦਾ। ਸਾਡਾ ਕਾਰਜ ਅਸਲ ਕਿਹੜਾ ਹੈ? ਸਾਡੇ ਮਨ ਦਾ ਇੱਕੋ ਹੀ ਕਾਰਜ ਪਰਮਾਤਮਾ ਨੂੰ ਮਿਲਣਾ। ਜਿਸ ਵਾਸਤੇ ਸਾਨੂੰ ਇਹ ਮਾਨਸ ਦੇਹੀ, ਮਾਨਸ ਜਾਮਾ ਮਿਲਿਆ, ਇਹ ਸਾਡਾ ਸਾਰਿਆਂ ਦਾ ਕਾਰਜ ਹੈ। ਪਰਮਾਤਮਾ ਨੂੰ ਮਿਲ ਲੈਣਾ, ਉਸ ਦੇ ਨਾਲ ਮਿਲਾਪ ਕਰ ਲੈਣਾ। ਤੇ ਜਿਹੜੇ ਫਿਰ ਗੁਰਮੁਖ ਸਿਮਰਨ ਕਰਦੇ ਉਹਨਾਂ ਦਾ ਇਹ ਕਾਰਜ ਪੂਰਾ ਹੋ ਜਾਂਦਾ, ਉਹ ਪਰਮਾਤਮਾ ਨੂੰ ਮਿਲ ਲੈਂਦੇ। ਜਦੋਂ ਅਸੀਂ ਮਿਲ ਲਏ ਉਦੋਂ ਕਹਿੰਦੇ ਸਾਡਾ ਜਿਹੜਾ ਕਾਰਜ, ਸਾਡਾ ਮਨੋਰਥ ਜੀਵਨ ਦਾ ਉਹ ਪੂਰਾ ਹੋ ਗਿਆ। ਮਹਾਰਾਜ ਫਰਮਾਉਂਦੇ ਹਰ ਮਿਲੇ ਨਾਰਾਇਣ ਨਾਨਕਾ ਮਨੋਰਥ ਹੋ ਪੂਰਾ। ਕਿ ਜਦੋਂ ਅਸੀਂ ਮਾਲਕ ਨੂੰ ਮਿਲ ਪਏ ਸਾਡਾ ਜਿਹੜਾ ਮਨੋਰਥ ਮਕਸਦ ਸੀ ਉਹ ਪੂਰਾ ਹੋ ਗਿਆ। ਇਸ ਲਈ ਕਹਿੰਦੇ ਮਾਲਕ ਦੇ ਸਿਮਰਨ ਦੇ ਨਾਲ ਸਾਡੇ ਕਾਰਜ ਪੂਰੇ ਹੋ ਜਾਂਦੇ। ਪ੍ਰਭ ਕੋ ਸਿਮਰਨ ਕਬੂ ਨਾ ਝੂਰੇ। ਵੀ ਜਦੋਂ ਅਸੀਂ ਮਾਲਕ ਦਾ ਸਿਮਰਨ ਕਰਾਂਗੇ ਸਾਨੂੰ ਕਦੇ ਝੂਰੇ, ਅਸੀਂ ਕਦੇ ਦੁਖੀ ਨਹੀਂ ਹੁੰਦੇ। ਸਾਡਾ ਜਿਹੜਾ ਮਨ ਹੈ ਕਦੇ ਦੁਖੀ ਨਹੀਂ ਹੋਏਗਾ, ਕਦੇ ਅਸ਼ਾਂਤ ਨਹੀਂ ਹੋਏਗਾ। ਕਿਉਂਕਿ ਜਦੋਂ ਅਸੀਂ ਸਿਮਰਨ ਕਰਾਂਗੇ ਫਿਰ ਸਾਨੂੰ ਕੋਈ ਵੀ ਚਿੰਤਾ, ਫਿਕਰ ਇਹ ਸਾਨੂੰ ਸਤਾਏਗਾ ਨਹੀਂ। ਸਾਨੂੰ ਚਿੰਤਾ, ਫਿਕਰ ਉਦੋਂ ਹੀ ਸਤਾਉਂਦੇ, ਉਦੋਂ ਹੀ ਲੱਗਦੇ ਜਦੋਂ ਅਸੀਂ ਸਿਮਰਨ ਨਹੀਂ ਕਰਦੇ। ਜਿਹੜੇ ਮਾਲਕ ਦਾ ਸਿਮਰਨ ਕਰਦੇ ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਕਿਸੇ ਕਿਸਮ ਦੀ ਕੋਈ ਚਿੰਤਾ, ਕੋਈ ਫਿਕਰ ਇਹ ਮਾਲਕ ਰਹਿਣ ਨਹੀਂ ਦਿੰਦਾ। ਉਹ ਚਿੰਤ ਅਵਸਥਾ 'ਚ ਆ ਜਾਂਦੇ। ਇਸ ਲਈ ਫਿਰ ਉਹਨਾਂ ਨੂੰ ਕਹਿੰਦੇ ਵੀ ਉਹ ਕਦੇ ਵੀ ਝੂਰਦੇ ਨਹੀਂ ਮਾਲਕ ਦਾ ਜਿਹੜੇ ਸਿਮਰਨ ਕਰਦੇ ਨੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ। ਜਿਹੜੇ ਮਾਲਕ ਦਾ ਸਿਮਰਨ ਕਰਦੇ
ਉਹਨਾਂ ਦੀ ਜਿਹੜੀ ਬਾਣੀ ਉਹ ਮਿੱਠੀ ਹੋ ਜਾਂਦੀ, ਉਹਨਾਂ ਦੇ ਬੋਲ, ਉਹਨਾਂ ਦੇ ਬਚਨ ਮਿੱਠੇ ਹੋ ਜਾਂਦੇ। ਜਿਹੜੇ ਮਾਲਕ ਦਾ ਸਿਮਰਨ ਕਰਦੇ ਉਹ ਜਦੋਂ ਬੋਲਣਗੇ ਉਹਨਾਂ ਦੇ ਮੁਖ ਦੇ ਵਿੱਚੋਂ ਅੰਮ੍ਰਿਤਮਈ ਬਚਨ ਨਿਕਲਣਗੇ। ਇਹ ਜਿਹੜੇ ਸਿਮਰਨ ਕਰਦੇ, ਜਿਹੜੇ ਨਾਮ ਨਾਲ ਜੁੜੇ, ਉਹਨਾਂ ਦੀ ਨਿਸ਼ਾਨੀ ਹੈ ਗੁਰਮੁਖਾਂ ਦੀ। ਆਮ ਜੀਵ ਜਦੋਂ ਬੋਲਦਾ ਉਹ ਫਿੱਕਾ ਬੋਲਦਾ, ਉਹ ਮਾੜਾ ਬੋਲਦਾ, ਉਹਦੇ ਬਚਨਾਂ 'ਚ ਕੋਈ ਰਸ ਨਹੀਂ ਹੁੰਦਾ। ਜਦੋਂ ਗੁਰਮੁਖ ਬੋਲਣਗੇ ਉਹਨਾਂ ਦੇ ਮੁਖ ਦੇ ਵਿੱਚੋਂ ਅੰਮ੍ਰਿਤਮਈ ਬਚਨ ਨਿਕਲਣਗੇ। ਉਹ ਬਚਨਾਂ ਨੂੰ ਜਦੋਂ ਅਸੀਂ ਸੁਣਦੇ ਹਾਂ ਸਾਡੇ ਮਨ ਨੂੰ ਸ਼ਾਂਤੀ ਆਉਂਦੀ, ਸਾਡੇ ਮਨ ਨੂੰ ਸੁੱਖ ਮਿਲਦਾ ਹੈ। ਇਸ ਲਈ ਮਹਾਰਾਜ ਕਹਿੰਦੇ ਜਿਹੜੇ ਮਾਲਕ ਦਾ ਸਿਮਰਨ ਕਰਦੇ ਉਹਨਾਂ ਦੀ ਫਿਰ ਬਾਣੀ ਜਿਹੜੀ ਇਹ ਅੰਮ੍ਰਿਤਮਈ ਬਾਣੀ ਹੋ ਜਾਂਦੀ, ਉਹਨਾਂ ਦੇ ਬਚਨ ਅੰਮ੍ਰਿਤਮਈ ਹੋ ਜਾਂਦੇ। ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਬਈ ਜਿਹੜੇ ਮਾਲਕ ਦਾ ਸਿਮਰਨ ਕਰਦੇ ਉਹ ਸਹਿਜ 'ਚ ਸਮਾਈ ਰਹਿੰਦੇ, ਸਦਾ ਹੀ ਸਹਿਜ ਦੇ ਵਿੱਚ, ਸਹਿਜ ਆਪਣਾ ਘਰ ਹੈ। ਜਦੋਂ ਅਸੀਂ ਸਹਿਜ ਵਿੱਚ ਰਵਾਂਗੇ ਸਾਡਾ ਮੁਖ ਮਿੱਠਾ ਹੁੰਦਾ ਸ਼ੁਰੂ ਹੋ ਜਾਂਦਾ। ਜਦੋਂ ਅਸੀਂ ਥੋੜ੍ਹਾ ਜਿਹਾ ਸਹਿਜ 'ਚ ਜਾਂਦੇ ਹਾਂ, ਇਹ ਸਹਿਜ ਦੀ ਨਿਸ਼ਾਨੀ ਹੈ ਆਪਣੇ ਘਰ ਦੀ। ਜਦੋਂ ਅਸੀਂ ਸਿਮਰਨ ਕਰਾਂਗੇ ਸਾਡਾ ਮਨ ਸਹਿਜ 'ਚ ਜਾਏਗਾ ਹੀ ਜਾਏਗਾ। ਜਦੋਂ ਸਹਿਜ 'ਚ ਜਾਏਗਾ ਤੁਸੀਂ ਦੇਖੋਗੇ ਵੀ ਆਪਾਂ ਕੋਈ ਮਿੱਠੀ ਚੀਜ਼ ਵੀ ਨਹੀਂ ਖਾਧੀ, ਫਿਰ ਵੀ ਸਾਡਾ ਮੁਖ ਜਿਹੜਾ ਉਹ ਮਿੱਠਾ ਹੋ ਰਿਹਾ, ਅੰਦਰੋਂ ਹੀ ਸਾਨੂੰ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਂਦਾ। ਇਸ ਨੂੰ ਮਹਾਰਾਜ ਕਹਿੰਦੇ ਸਹਿਜ ਆਨੰਦ ਹੋਆ ਬੜ ਭਾਗੀ, ਮਨ ਹਰ ਹਰ ਮੀਠਾ ਲਾਇਆ। ਬਈ ਮਾਲਕ ਨੇ ਕਿਰਪਾ ਕਰਕੇ ਆਪਣਾ ਜਿਹੜਾ ਮੁਖ ਮਿੱਠਾ ਕੀਤਾ, ਫਿਰ ਜਦੋਂ ਇਹ ਸਾਡੇ ਮੁਖ 'ਚ ਅੰਮ੍ਰਿਤ ਆਉਂਦਾ ਸਾਡਾ ਮਨ ਸਹਿਜ 'ਚ ਰਹਿੰਦਾ, ਤਾਂਹੀਓ ਸਾਡੀ ਜਿਹੜੀ ਬਾਣੀ ਫਿਰ ਉਹ ਅੰਮ੍ਰਿਤਮਈ ਹੋ ਜਾਂਦੀ। ਪਹਿਲਾਂ ਜਿਹੜਾ ਜੀਵ ਬੋਲਦਾ ਫਿੱਕਾ ਬੋਲਦਾ, ਮੁਖ ਦੇ ਵਿੱਚ ਅਗਨ ਰੱਖੀ ਹੁੰਦੀ ਕਾਲ ਨੇ, ਵੀ ਜਦੋਂ ਇਹ ਬੋਲੇ ਮੁਖ 'ਚੋਂ ਅੱਗ ਹੀ ਕੱਢੇ। ਅਤੇ ਆਪਾਂ ਮਾਲਕ ਦਾ ਸਿਮਰਨ ਕਰਕੇ ਉਹ ਅਗਨ ਨੂੰ ਬੁਝਾ ਲਿਆ, ਉੱਥੇ ਅੰਮ੍ਰਿਤ ਛਿੜਕ ਦਿੱਤਾ। ਉਸ ਅਗਨ 'ਤੇ ਜਦੋਂ ਅੰਮ੍ਰਿਤ ਪਿਆ ਅਤੇ ਉਹ ਜਿਹੜੇ ਫਿਰ ਬਚਨ ਉਹ ਅੰਮ੍ਰਿਤਮਈ ਹੋ ਜਾਂਦੇ। ਫਿਰ ਮਹਾਰਾਜ ਦੱਸਦੇ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਵੀ ਜਿਹੜੇ ਮਾਲਕ ਦਾ ਸਿਮਰਨ ਕਰਦੇ ਉਹਨਾਂ ਦਾ ਨਿਸ਼ਚਲ ਆਸਣ ਹੋ ਜਾਂਦਾ, ਵੀ ਉਹ ਸਦਾ ਸਥਿਰ ਹੋ ਜਾਂਦਾ ਮਨ। ਨਹੀਂ ਤਾਂ ਜੀਵ ਦਾ ਮਨ ਡੋਲਦਾ ਭੱਜਦਾ, ਉਹ ਦਸਾਂ ਦਿਸ਼ਾਵਾਂ ਵੱਲ, ਚਾਰਾਂ ਦਸਾਂ ਦਿਸ਼ਾਵਾਂ ਵੱਲ ਜਾਂਦਾ, ਭੱਜਿਆ ਫਿਰਦਾ ਵਿਚਾਰਾਂ ਫੁਰਨਿਆਂ ਦੇ ਵਿੱਚ, ਕਦੇ ਰਜੋਗੁਣੀ ਫੁਰਨੇ, ਕਦੇ ਤਮੋਗੁਣੀ, ਕਦੇ ਸਤੋਗੁਣੀ। ਇਹਨਾਂ ਵਿਚਾਰਾਂ ਦੇ ਵਿੱਚ ਮਨ ਭੱਜਦਾ, ਮਨ ਸਥਿਰ ਨਹੀਂ ਹੁੰਦਾ, ਮਨ ਨਿਸ਼ਚਲ ਨਹੀਂ ਹੁੰਦਾ, ਇੱਕ ਥਾਂ 'ਤੇ ਰੁਕਦਾ ਨਹੀਂ। ਜਿਸ ਨੂੰ ਮਹਾਰਾਜ ਕਹਿੰਦੇ ਨਿਸ ਦਿਨ ਮਾਇਆ ਕਾਰਨੇ ਪੁਰਾਣੀ ਡੋਲਤ ਨੀਤ, ਬਈ ਇਹ ਮਾਇਆ ਦੇ ਵਿੱਚ ਜਿਹੜਾ ਪੁਰਾਣੀ ਮਨ ਉਹ ਡੋਲਦਾ, ਉਹ ਗੋਤੇ ਖਾਂਦਾ, ਉਹ ਇੱਕ ਥਾਂ 'ਤੇ ਸਥਿਰ ਨਹੀਂ, ਇੱਕ ਥਾਂ 'ਤੇ ਨਿਸ਼ਚਲ ਨਹੀਂ ਹੁੰਦਾ। ਜਦੋਂ ਅਸੀਂ ਸਿਮਰਨ ਕਰਾਂਗੇ ਸਾਡਾ ਮਨ ਇੱਕ ਥਾਂ 'ਤੇ ਰੁਕ ਜਾਂਦਾ, ਇਹਦਾ ਆਸਣ ਜਿਹੜਾ ਆਪਣੇ ਘਰ ਨਿੱਜ ਮਹਿਲ 'ਚ ਲੱਗ ਜਾਂਦਾ ਅਤੇ ਨਿਸ਼ਚਲ ਹੋ ਜਾਂਦਾ, ਫਿਰ ਇਹ ਭੱਜਦਾ ਨਹੀਂ ਹੈ। ਫਿਰ ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਮਾਲਕ ਦੇ ਸਿਮਰਨ ਦੇ ਨਾਲ ਸਾਡਾ ਜਿਹੜਾ ਮਨ ਫਿਰ ਉਹ ਸਦਾ ਹੀ ਖਿੜਿਆ, ਸਦਾ ਹੀ ਆਨੰਦ ਅਵਸਥਾ 'ਚ ਰਹਿੰਦਾ। ਪ੍ਰਭ ਕੈ ਸਿਮਰਨ ਅਨਹਦ ਝਨਕਾਰ, ਜਦੋਂ ਅਸੀਂ ਮਾਲਕ ਦਾ ਸਿਮਰਨ ਕਰਦੇ ਸਾਡੇ ਅੰਦਰ ਅਨਹਦ ਝਨਕਾਰ, ਜਿਹੜੀ ਅਨਹਦ ਧੁਨਾਂ, ਅਨਹਦ ਬਾਜੀ ਵੱਜਣੀ ਸ਼ੁਰੂ ਹੋ ਜਾਂਦੀ। ਜਿਉਂ-ਜਿਉਂ ਹੁਣ ਆਪਾਂ ਇਹ ਸਿਮਰਨ ਕਰਾਂਗੇ ਲਗਾਤਾਰ ਸਾਡੇ ਅੰਦਰ ਇਹ ਅਨਹਦ ਝਨਕਾਰਾਂ ਪੈਣ ਲੱਗ ਜਾਣਗੀਆਂ। ਜਦੋਂ ਆਪਾਂ ਸਿਮਰਨ ਕਰਾਂਗੇ ਤੁਸੀਂ ਦੇਖੋਗੇ ਵੀ ਆਪਣੇ ਅੰਦਰ ਸਾਜ਼ ਵੱਜਦੇ ਨੇ, ਆਪਣੇ ਅੰਦਰ ਅਨਹਦ ਵਾਜੇ, ਅਨਹਦ ਧੁਨਾਂ ਵੱਜਦੀਆਂ ਨੇ। ਤੁਸੀਂ ਪਹਿਲਾਂ ਦੇਖੋਗੇ ਵੀ ਇਹ ਆਵਾਜ਼ਾਂ ਕਿੱਥੋਂ ਆਉਂਦੀਆਂ, ਫਿਰ ਆਪਾਂ ਨੂੰ ਪਤਾ ਲੱਗਦਾ ਵੀ ਇਹ ਆਵਾਜ਼ਾਂ ਕਿਤੋਂ ਬਾਹਰੋਂ ਨਹੀਂ, ਸਾਡੇ ਅੰਦਰੋਂ ਆਉਂਦੀਆਂ ਨੇ। ਸਾਡੇ ਅੰਦਰ ਜਿਹੜੀ ਇਹ ਅਨਹਦ ਬਾਣੀ, ਅਨਹਦ ਝਨਕਾਰਾਂ ਫਿਰ ਪੈਣੀਆਂ ਸ਼ੁਰੂ ਹੋ ਜਾਂਦੀਆਂ, ਅਨਹਦ ਵਾਜੇ ਵੱਜਣੇ ਸ਼ੁਰੂ ਹੋ ਜਾਂਦੇ। ਜਦੋਂ ਅਸੀਂ ਇਹ ਸਿਮਰਨ ਕਰਾਂਗੇ ਸਾਨੂੰ ਇਹ ਸਿਮਰਨ ਦਾ ਲਾਭ ਹੋਣਾ, ਸਾਨੂੰ ਇਹਦਾ ਲਾਹਾ ਮਿਲਣਾ ਹੈ। ਫਿਰ ਮਹਾਰਾਜ ਦੱਸਦੇ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਬਈ ਜੋ ਮਾਲਕ ਦਾ ਸਿਮਰਨ ਹੈ
परमात्मा का अंत नहीं पाया जा सकता। इसे तरह ही फिर जो मालक के घर का सुख है वह भी बेअंत है, वह भी अंत नहीं पाया जा सकता। फिर महाराज दसदे सिमर से जन को पब मया, भी ये सिमरन कौन करदा, जिन्हां ते मालक की मेहर होंदी, जिन्हां दे उत्ते मालक की किरपा होंदी, फिर वो सिमरन ते लगदे, नहीं तो ये सिमरन हुंदा नहीं है। इसलिए फिर ये मालक की अपने ते मेहर किरपा है जो आपां सत संगत बख्श दे, जो आपां इस सिमरन ते लाया सिमरन करा रहे ने। ते महाराज सच्चे पातशाह कहंदे फिर जिन्हां दे मालक की मेहर, जिहड़े सिमरन करदे, जिहड़े नाम नाल जुड़े, फिर ऐसे गुरमुखां दी असीं भी संगत चाहुंदे, असीं भी चाहुंदे हां भी असीं भी उन्हां दे शरणी लगीए, असीं भी उन्हां दे संगत करिए। नानक तिन जन शरणी पया, बई ऐसे जनां दी संतां दी असीं भी शरण विच जाइए, जिन्हां दे मालक खुश हो के, जिन्हां ते मालक ने मेहर कीती, जिन्हां नूं फिर अपने घर दे काम ते ला लिया। आओ हुण जो मालक अपने ते मेहर करदे, जो ये आप सिमरन अभ्यास करते हैं, ज्यों-ज्यों हुण आपां ये सिमरन करांगे सास गिरास, त्यों-त्यों जो ये आपां नूं सतगुरु पहली अष्टपदी जे सिमरन दे लाभ दसदे, ये लाभ आपां नूं अंदरों होने, लाहे सानूं मिलणगे किन्हां नूं, जिहड़े सिमरन करनगे। हुण जे असीं सिमरन नहीं करते, बेशक पढ़ते रोज़ ही असीं पढ़ी जाने हैं, पर सिमरन नहीं करते, सानूं इहदा लाहा नहीं मिलता। जिहड़े सानूं फिर लाभ हुंदे वो लाभ मिलते नहीं, क्योंकि महाराज सच्चे पातशाह कहंदे बई जदों जीव गुरबाणी भी पढ़दा, उहनूं ना पढ़न दा भेद होण करके, ना ज्ञान होण करके, बाणी पढ़ते भी उहदा मन नहीं टिकदा। जिन्हों ये लाहा मिलना सी, मन नूं ही लाहा मिलना सी, मन नूं ही ये जिहड़े गुण ने मन दे विच ही ये गुण प्रवेश होने सी। हुण जिहदे अंदर गुण प्रवेश होने सी, वो तो सुणदा ही नहीं, वो तो बाहर विचारां च भज्या फिरदा है। इस करके फिर असीं इन्हां गुणां तो वांझे रह जांदे हां, ये साडे अंदर गुण आउंदे नहीं। ये हुण गुण साडे अंदर किवें प्रवेश होण, किवें साडे अंदर ये गुण आउणे सारे, किवें सानूं ये लाहे मिलने, इहदे वास्ते फिर ये सिमरन करना है। आओ हुण जो सतगुरु आपां नूं इस सिमरन अभ्यास दसदे, आओ सारे गुरमुख प्यारे करो जी शुरू। वाहिगुरू 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 वाहिगुरू
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਇਹ ਆਪਾਂ ਸਿਮਰਨ ਕਰਦੇ, ਜਦੋਂ ਅਸੀਂ ਸਿਮਰਨ ਕਰਾਂਗੇ ਫੇਰ ਹੀ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਲੱਗਣੀ, ਫੇਰ ਹੀ ਸਾਡੇ ਮਨ ਨੇ ਟਿਕਣਾ। ਜਿਹੜੇ ਜੀਵ ਸਿਮਰਨ ਨਹੀਂ ਕਰਦੇ ਉਹ ਬੇਸ਼ੱਕ ਗੁਰਬਾਣੀ ਪੜ੍ਹਦੇ ਵੀ, ਪਰ ਪੜ੍ਹਦੇ ਵੀ ਉਹਨਾਂ ਦਾ ਮਨ ਨਹੀਂ ਟਿਕਦਾ। ਨਾ ਮਨ ਟਿਕਣ ਕਰਕੇ ਹੀ ਤਾਈਓ ਪੜ੍ਹਦੇ ਕੋਈ ਤਬਦੀਲੀ ਨਹੀਂ ਆਉਂਦੀ, ਤਾਈਓ ਸਾਡਾ ਮਨ ਨਹੀਂ ਬਦਲਦਾ। ਉਹ ਨਹੀਂ, ਕਈ ਜੀਵਾਂ ਨੂੰ ਇਹ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੀ ਸਾਰੀ ਉਮਰ ਬੀਤ ਜਾਂਦੀ, ਕਰੀ ਜਾਂਦੇ, ਰੋਜ਼ ਕਰਦੇ, ਇਹ ਵੀ ਨਹੀਂ ਬਈ ਬਿਨਾਂ ਨਾਗਾ ਕਰਦੇ। ਪਰ ਜੇ ਉਹਨਾਂ ਤੋਂ ਪੁੱਛੀਏ ਵੀ ਤੁਹਾਨੂੰ ਆਹ ਲਾਭ ਹੋਏ ਜਿਹੜੇ ਪਹਿਲੀ ਅਸ਼ਟਪਦੀ 'ਚ ਗੁਰੂ ਅਰਜਨ ਦੇਵ ਜੀ ਦੱਸਦੇ, ਤੇ ਲਾਭ ਹੋਣੇ ਤਾਂ ਕੀ, ਉਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਲਾਭ ਹੋਣੇ ਕੀ ਨੇ, ਕਿਉਂਕਿ ਵਿਚਾਰਿਆ ਨਹੀਂ ਗੁਰਬਾਣੀ ਨੂੰ, ਸਿਰਫ ਪੜ੍ਹੀ ਜਾ ਰਹੇ ਨੇ। ਇਹ ਪਤਾ ਹੀ ਨਹੀਂ ਵੀ ਅਸੀਂ ਲਾਭ ਕੀ ਖੱਟਣਾ, ਲਾਹਾ ਕੀ ਹੋਣਾ ਸਾਨੂੰ। ਪਹਿਲਾਂ ਹੀ ਸਾਨੂੰ ਦੱਸਦੇ ਵੀ ਸਿਮਰਨ ਕਰਨ ਦੇ ਨਾਲ ਸਾਡਾ ਕਲਾ ਕਲੇਸ਼ ਮਿਟਣਾ, ਤੇ ਸਾਡਾ ਪਹਿਲਾਂ ਉਹ ਕਲਾ ਕਲੇਸ਼ ਹੀ ਨਹੀਂ ਮਿਟਿਆ ਹਜੇ ਤੱਕ। ਬਾਣੀ ਪੜ੍ਹਦਿਆਂ ਨੂੰ ਇੰਨੇ ਸਾਲ ਹੋ ਗਏ, ਫਿਰ ਵੀ ਮਨ 'ਚ ਕਲੇਸ਼, ਫਿਰ ਵੀ ਮਨ ਦਾ ਕਲੇਸ਼ ਨਹੀਂ ਮਿਟੇ। ਮੁਖ ਦੇ ਵਿੱਚ ਫਿਰ ਵੀ ਅੱਗ ਹੈ, ਜਦੋਂ ਬੋਲਦੇ ਫੇਕਾ ਬੋਲਦੇ, ਜਦੋਂ ਬੋਲਦੇ ਮਾੜਾ ਬੋਲਦੇ, ਮੁਖ 'ਚ ਅੱਗ ਸੁੱਟਦੇ ਬਾਹਰ। ਹੁਣ ਐਸੇ ਜਿਹੜੇ ਬਾਣੀ ਪੜ੍ਹ ਰਹੇ ਤੇ ਗੁਰੂ ਸਾਹਿਬ ਉਹਨਾਂ ਨੂੰ ਕੀ ਕਹਿ ਰਹੇ? ਮਹਾਰਾਜ ਕਹਿੰਦੇ ਜਿਹੜੇ ਸਿਮਰਨ ਕਰਨਗੇ ਉਹਨਾਂ ਦੀ ਬਾਣੀ ਪਵਿੱਤਰ ਹੋ ਜਾਂਦੀ, ਉਹਨਾਂ ਦੇ ਅੰਮ੍ਰਿਤਮਈ ਬਚਨ ਹੋ ਜਾਂਦੇ। ਉਹ ਮੁਖ 'ਚੋਂ ਅੱਗ ਕੱਢਦੇ, ਕਾਰਨ ਕੀ ਬਣੇ ਬਈ ਉਹਨਾਂ ਦੀ ਅੱਗ ਕਿਉਂ ਨਹੀਂ ਬੁਝੀ, ਉਹਨਾਂ ਦੇ ਬਚਨ ਅੰਮ੍ਰਿਤਮਈ ਕਿਉਂ ਨਹੀਂ ਹੋਏ? ਕਾਰਨ ਕੀ? ਕਾਰਨ ਇਹ ਬਈ ਉਹਨਾਂ ਨੇ ਸਿਮਰਨ ਨਹੀਂ ਕੀਤਾ, ਉਹਨਾਂ ਨੇ ਸਤ ਸੰਗਤ ਨਹੀਂ ਕੀਤੀ। ਕਾਰਨ ਇਹ ਬਈ ਉਹ ਕਰਦੇ ਰਹੇ ਆਪਦੀ ਮੱਤ ਦੁਆਰਾ, ਕੀਤਾ ਜ਼ਰੂਰ
पर आपकी मत दोबारा करते रहे भी इन्ने बजे करिए, इन्नी वार करिए, आ समय करिए, पर उन्होंने विचारिया नहीं, सत संगत नहीं की, गुरु की मत नहीं लई। इस करके उन्होंने ना कला कलेश मिटे, ना उन्होंने जिहड़े लाहे होने सी सतगुरु कहते सिमरन द्वारा, ना उन्होंने कोई लाहा मिलिया। इस वास्ते हुण आपां नूं फिर सतगुरु समझाउंदे बई आपां हुण जदों गुरबाणी नूं पढ़ना नाल नाल विचारना, आपां आपदे अंदर नाल नाल झाती मारी जानी बई की सानूं ये लाहा प्राप्त होया कि जां नहीं होया। जे नहीं होया तो असीं सिमरन वधाईए, असीं होर सिमरन करिए। ज्यों-ज्यों असीं सिमरन करांगे त्यों-त्यों फिर साडे अंदर ये निशानियां प्रगट होणीआं, त्यों-त्यों सानूं ये लाहे मिलने। इस वास्ते फिर गुरु अर्जन देव जी महाराज सच्चे पातशाह आपां नूं ये सारी सिमरन की वडियाई दसदे, सिमरन के लाहे दसदे। सो ये लाहा लैण वास्ते हुण ये आपां वध तों वध सिमरन करना। जदों आपां गुरबाणी पढ़दे उहनूं विचारना भी ताकि साडा मन पासे ना जावे। गुरबाणी नूं असीं मन करके पढ़ना, नहीं तो बहुते जीव की करते भी आत्मा बाणी पढ़ी जाती, मन है जिहड़ा वो बाहर भज्या फिरदा विचारां च। मन उदों आउंदा जदों पाठ की समाप्ति होण लगदी। जिवें कई जीव करते जपजी साहब सारा पढ़ लिया, मन कदों आउणा जदों सलोक आ गया, जिन्नी नाम ते आया गए मसकत का, नानक ते मुखोजले खेती छुट्टी नाल। वो पता ही नहीं लगता भी किहड़े वेले हो भी गया, कर भी लिया। क्यों? क्योंकि मन तो हाजिर ही नहीं, मन तो बाहर भज्या फिरदा, ना तो मन ने बाणी पढ़ी ना सुनी। तो फिर असीं आखीए भी साडे अंदर बदलाव आ, भी बदलाव किवें आउणा? ना तो बाणी पढ़ी ना सुनी, बदलना की है मन ने? तां करके वो मन तो मैला ही रहा, वो तो हंकार ही रहा, वो तो होर हौमे आ गई। इस करके फिर जीव ना भेद होने करके, ना सत संगत करन करके, तां करके उसदा मन नहीं बदलता, तां उहदे अंदर बदलाव नहीं आउंदा। इसलिए आपां हुण कोशिश करनी वध तों वध सिमरन करना, गुरबाणी गुरु नूं पढ़ के विचारना ਅਤੇ ਵੱਧ ਤੋਂ ਵੱਧ संगत करनी, ताकि जदों असीं गुरबाणी नूं पढ़ीए सानूं उहदी समझ लगे। हुण जिवें आपां सुखमनी साहिब दा पाठ करदे तकरीबन सारे एक सिੱਖ ही करदा। हुण जदों आपां इह विचार नूं ध्यान दे नाल सुणांगे, फिर जदों असीं पाठ करांगे फिर सानूं समझ लगेगी इसदी। इस वास्ते आपां वध तों वध संगत करनी। ये जो सारा भेद गुरबाणी गुरु द्वारा आपां नूं दित्ता महांपुरखां ने, भाई साहब भाई सेवा सिंह जी धर्माला, कि जो अपने जीवन का असल मकसद परमात्मा नूं मिलना, किवें असीं मिलना, किवें असीं सिमरन करना, ये आपां नूं गुरमुखां ने बड़ा सौखा करके समझाया। सो आपां भी ये भेद लैके अपने जीवन का जो लाहा है ये आपां लाहा खटना। सो इन्नियां बेनतियां इन्ने विचार करदे होए जे कोई ऐसा शब्द बोलिया गया होवे संगत ਅਤੇ सतगुरु बख्शण जोग ने बख्श लेना जी। वाहिगुरु जी का खालसा, वाहिगुरु जी की फतेह। वाहिगुरु 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 वाहिगुरु
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।